ਹਾਂਜੀ ਦੋਸਤੋ, ਕਲਾਸ 12ਵੀਂ ਵਾਲਿਆਂ ਦਾ ਜਰਨਲ ਪੰਜਾਬੀ ਦਾ ਪੇਪਰ ਆ 20 ਫਰਵਰੀ ਨੂੰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇੱਕ ਇਹ ਪੇਪਰ ਆ, ਠੀਕ ਹੈ, ਜਰਨਲ ਪੰਜਾਬੀ ਦਾ ਪਿਛਲੇ ਸਾਲਾਂ ਦਾ, ਠੀਕ ਹੈ, 2017 ਦਾ ਇਹ ਪੇਪਰ ਆ। ਅਸੀਂ ਇਸ ਨੂੰ ਸੋਲਵ ਕਰ ਲਿਆ ਵਾ ਤੇ ਤੁਹਾਡੀ ਹੁਣ ਤਿਆਰੀ ਕਰਾ ਦਿੰਦੇ ਹਾਂ, ਠੀਕ ਹੈ ਜੀ। ਤਾਂ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਇਹ ਹੈਗੇ ਹਨ, ਠੀਕ ਹੈ। ਤਾਂ ਦੇਖ ਸਕਦੇ ਹੋ ਕਿ ਸਾਡੇ ਕੋਲ 2018 ਦਾ ਵੀ ਆ, ਠੀਕ ਹੈ, ਕਿਉਂਕਿ ਹਰ ਵਾਰੀ ਬੋਰਡ ਰਿਪੀਟ ਕਰਕੇ ਹੀ ਪਾਉਂਦਾ, ਕੁਛ ਨਵਾਂ ਨਹੀਂ ਪਾਉਂਦਾ ਹੈਗਾ। ਜਿਹੜੇ ਪਿਛਲੇ ਸਾਲ ਆਏ ਹੁੰਦੇ ਹਨ ਉਹੀ ਮਤਲਬ ਕੁਐਸਚਨ ਆਨਸਰ ਜਿਹੜੇ ਆਉਂਦੇ ਹਨ। ਤਾਂ ਦੋਸਤੋ ਕੁਛ ਨਾ ਕੁਛ ਇਹਨਾਂ ਦੇ ਵਿੱਚੋਂ ਪੱਕਾ ਆਏਗਾ ਹੀ ਆਏਗਾ, ਠੀਕ ਹੈ। ਵੈਰੀ ਇੰਪੋਰਟੈਂਟ ਇਹ ਕੁਐਸਚਨ ਆਨਸਰ ਹੈਗੇ ਹਨ ਤੁਹਾਡੇ 12th ਕਲਾਸ ਜਰਨਲ ਪੰਜਾਬੀ ਦੇ, ਠੀਕ ਹੈ ਜੀ। ਤਾਂ ਦੋਸਤੋ ਚਲੋ ਆਪਾਂ ਇਸ ਨੂੰ ਸੋਲਵ ਕਰ ਲਿਆ ਵਾ, ਹੁਣ ਤੁਹਾਡੀ ਤਿਆਰੀ ਕਰਾਉਂਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ ਦੇਖ ਲਓ, ਅੰਗਰੇਜ਼ੀ ਭਾਸ਼ਾ ਵਿੱਚ। ਨਾਲੇ ਇੱਕ ਹੋਰ ਗੱਲ ਧਿਆਨ ਰੱਖਿਓ ਦੋਸਤੋ, ਆਹ ਜਿਹੜਾ ਪੇਪਰ ਆ ਤੁਹਾਨੂੰ, ਠੀਕ ਹੈ ਜੀ, 65 ਨੰਬਰ ਦਾ ਨਹੀਂ 80 ਨੰਬਰ ਦਾ ਪੇਪਰ ਆਏਗਾ, ਠੀਕ ਹੈ ਜੀ, 2023 ਦੇ ਵਿੱਚ। ਤੇ ਦੋਸਤੋ ਦੇਖੋ, ਅੰਗਰੇਜ਼ੀ ਭਾਸ਼ਾ ਵਿੱਚ ਜਿਹੜਾ ਹੈਗਾ ਵਾ ਸੱਭਿਆਚਾਰ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ, ਅੰਗਰੇਜ਼ੀ ਵਿੱਚ ਜਿਹੜਾ ਹੈਗਾ ਸੱਭਿਆਚਾਰ ਲਈ ਦੋਸਤੋ ਕਲਚਰ ਸ਼ਬਦ ਦੀ ਜਿਹੜੀ ਹੈਗੀ ਆ ਵਰਤੋਂ ਹੁੰਦੀ ਹੈ, ਠੀਕ ਹੈ ਜੀ। ਤਾਂ ਪਹਿਲੇ ਦਾ ਆਨਸਰ ਇਹੀ ਹੋ ਗਿਆ। ਦੂਸਰਾ ਕੁਐਸਚਨ ਕੀ ਆਪਣਾ, ਕਿ ਖਾਲੀ ਸਥਾਨ ਭਰੋ। ਤਾਂ ਦੇਖੋ, ਮਾਘੀ ਵਾਲੇ ਦਿਨ ਡੈਸ਼ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ, ਠੀਕ ਹੈ ਜੀ। ਤਾਂ ਦੇਖ ਸਕਦੇ ਹੋ ਦੋਸਤੋ, ਮਾਘੀ ਵਾਲੇ ਦਿਨ ਜਿਹੜਾ ਹੈਗਾ ਵਾ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਜਿਹੜੀ ਹੈਗੀ ਸੰਗਤਾਂ ਇਸ਼ਨਾਨ ਕਰਦੀਆਂ ਹਨ। ਤੇ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਕੀ ਹੈ, ਕਿ ਅੱਡੀ ਛੜੱਪਾ ਜਾਂ ਫਿਰ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ, ਠੀਕ ਹੈ ਜੀ, ਠੀਕ ਜਾਂ ਗਲਤ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਆ। ਆ ਦੇਖੋ ਦੋਸਤੋ, ਅੱਡੀ ਛੜੱਪਾ ਜਾਂ ਫਿਰ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਤਾਂ ਬਿਲਕੁਲ ਹਾਂ ਦੋਸਤੋ, ਇਸ ਦਾ ਉੱਤਰ ਆ ਜਾਏਗਾ ਟਰੂ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਆਪਣਾ ਦੇਖ ਸਕਦੇ ਹੋ, ਕਿ ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਸਰਲ ਤਾਲ ਤੇ ਦੋਸਤੋ ਭੰਗੜਾ ਨੱਚਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਇਸ ਦਾ ਉੱਤਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਜਾਏਗਾ ਢੋਲ, ਠੀਕ ਹੈ ਜੀ। ਢੋਲ ਉਹ ਜਿਹੜਾ ਲੋਕ ਸਾਜ਼ ਹੈ ਜਿਸ ਦੀ ਤਾਲ ਉੱਤੇ ਦੋਸਤੋ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ। ਅੱਗੇ ਹੈ ਦੋਸਤੋ, ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਜਿਹੜੀਆਂ ਹੈਗੀਆਂ ਨੇ ਉਹ ਮੁੱਖ ਤੌਰ 'ਤੇ ਕਿਹੜੇ ਸਮੇਂ 'ਤੇ ਖੇਡੀਆਂ ਜਾਂਦੀਆਂ ਹਨ, ਠੀਕ ਹੈ ਜੀ। ਤਾਂ ਦੋਸਤੋ ਦੇਖ ਸਕਦੇ ਹੋ ਇਸ ਦਾ ਆਨਸਰ ਵੀ, ਕਿ ਬਈ ਮੁੰਡੇ ਦੇ ਜਨਮ ਅਤੇ ਮੁੰਡੇ ਦੇ ਵਿਆਹ ਅਤੇ ਮੇਲੇ ਤਿਉਹਾਰ ਦੇ ਵਿੱਚ ਜਿਹੜਾ ਹੈਗਾ ਵਾ ਜਿਹੜਾ ਨਕਲਾਂ ਮੁੱਖ ਤੌਰ 'ਤੇ ਜਿਹੜੀਆਂ ਹੈਗੀਆਂ ਨੇ ਖੇਡੀਆਂ ਜਾਂਦੀਆਂ ਹਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਇਹ ਸੀਗਾ ਆਪਣਾ, ਹਾਂਜੀ, ਤੇ ਨਕਲਾਂ ਹੋ ਗਏ ਦੋਸਤੋ ਮੁੱਖ ਤੌਰ 'ਤੇ ਕਿਹੜੇ ਸਮੇਂ 'ਤੇ ਖੇਡੀਆਂ ਜਾਂਦੀਆਂ ਹਨ। ਦੂਸਰਾ ਆਪਣਾ ਹੈਗਾ ਦੋਸਤੋ, ਪੰਜਾਬੀ ਸੱਭਿਆਚਾਰ ਪਰਿਵਰਤਨ ਪਾਠ ਦੇ ਆਧਾਰ 'ਤੇ ਦੱਸੋ ਕਿ ਨਵੀਂ ਪੀੜ੍ਹੀ ਕਿਹੜੀ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ, ਕਿ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਦੋਸਤੋ ਉਹ ਸੰਚਾਰ ਸਾਧਨਾਂ ਦੀ ਜਿਹੜੀ ਹੈਗੀ ਆ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈਗਾ ਵਾ, ਟੁਕੜੀ ਜਗ ਤੋਂ ਨਿਆਰੀ ਕਵਿਤਾ ਕਿਸ ਕਵੀ ਦੀ ਰਚਨਾ ਹੈ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ, ਕਿ ਟੁਕੜੀ ਜਗ ਤੋਂ ਨਿਆਰੀ ਉਹ ਜਿਹੜੀ ਹੈਗੀ ਆ ਭਾਈ ਵੀਰ ਸਿੰਘ ਦੀ ਰਚਨਾ ਹੈ। ਕਿਹੜੀ? ਟੁਕੜੀ ਜਗ ਤੋਂ ਨਿਆਰੀ। ਅੱਗੇ ਦੋਸਤੋ, ਸਤਿਆ ਸਹੀ ਕਹਾਣੀ ਦਾ ਮੁੱਖ ਪਾਤਰ ਦਾ ਨਾਂ ਦੱਸੋ। ਤਾਂ ਦੇਖ ਸਕਦੇ ਹੋ ਦੋਸਤੋ, ਸਤਿਆ ਸਹੀ ਜਿਹੜਾ ਹੈਗਾ ਵਾ ਕਹਾਣੀ ਦੇ ਕਿਸ ਦੀ ਦੁਆਰਾ ਲਿਖੀ ਗਈ ਹੈ, ਦਲੀਪ ਕੌਰ ਟਿਵਾਣਾ ਦੀ। ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ, ਸੌਰੀ ਇਹਨਾਂ ਨੇ ਇੱਥੇ ਦਿੱਤਾ ਨਹੀਂ ਹੋਇਆ, ਇੱਥੇ ਇਹਨਾਂ ਨੇ ਪੁੱਛਿਆ ਕਿ ਸਤਿਆ ਸਹੀ ਕਹਾਣੀ ਦੇ ਮੁੱਖ ਪਾਤਰ ਦਾ ਨਾਂ ਦੱਸੋ। ਦੋਸਤੋ 2 ਮਿੰਟ ਇਸ ਦਾ ਦੱਸਦਾ ਤੁਹਾਨੂੰ ਆਨਸਰ ਕੀ ਹੈ। ਤਾਂ ਦੋਸਤੋ ਦੇਖ ਸਕਦੇ ਹੋ ਕਿ ਇਸ ਦਾ ਆਨਸਰ ਆ ਜਾਏਗਾ ਸਤਿਆ ਸਹੀ ਕਹਾਣੀ ਦੇ ਮੁੱਖ ਪਾਤਰ ਦਾ ਨਾਂ ਤਾਂ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਇਸ ਦਾ ਰਾਈਟ ਆਨਸਰ ਹੋ ਜਾਵੇਗਾ। ਅੱਗੇ ਹੈ ਦੋਸਤੋ ਆਪਣਾ, ਕਿ ਹੇਠ ਲਿਖੀਆਂ ਅਖੌਤਾਂ ਪੂਰੀਆਂ ਕਰੋ। ਸੱਚੇ ਮਾਰਗ ਚੱਲਦਿਆਂ ਡੈਸ਼, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ, ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਸ ਦਾ ਰਾਈਟ ਆਨਸਰ ਆ ਜਾਏਗਾ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਦੇਖ ਸਕਦੇ ਹੋ, ਕਿ ਘੜੇ ਨੂੰ ਜਿਹੜਾ ਹੈਗਾ ਵਾ ਹੱਥ ਲਾਇਆ ਡੈਸ਼, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ, ਠੀਕ ਹੈ ਜੀ। ਇਸ ਦਾ ਆਨਸਰ ਇਹ ਹੋ ਜਾਵੇਗਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਦੂਸਰੇ ਪੇਜ 'ਤੇ, ਕਿ ਹੇਠ ਲਿਖਿਆਂ ਵਿੱਚੋਂ ਕਿਸੇ 5 ਪ੍ਰਸ਼ਨਾਂ ਦੇ ਉੱਤਰ ਲਿਖੋ। ਤਾਂ ਦੇਖੋ, ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਜਿਹੜੇ ਹੈਗੇ ਆ ਕੀ ਹਨ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਹਾਂ। ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਤਾਂ ਦੇਖੋ, ਪੰਜਾਬ ਦੇ ਛੋਟੇ ਜਿਹੇ ਜਿਹੜੇ ਹੈਗੇ ਖੇਤਰਫਲ ਦੇ ਪੰਜਾਬੀ ਸੱਭਿਆਚਾਰ ਨੇ ਨਾ ਕੇਵਲ ਭਾਰਤ ਵਿੱਚ ਸਗੋਂ ਸਮੁੱਚੇ ਵਿਸ਼ਵ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਰੱਖੀ ਹੈ। ਇਹ ਭਾਰਤ ਦਾ ਪ੍ਰਵੇਸ਼ ਦੁਆਰ ਜਿਹੜਾ ਹੈਗਾ ਵਾ ਰਿਹਾ ਹੋਣ ਕਰਕੇ ਇੱਥੇ ਦੇ ਵਾਸੀ ਸੂਰਮੇ ਬਹਾਦਰ ਹਨ। ਪੰਜਾਬ ਰਾਜ ਦੇ ਮਿਹਨਤ ਸਦਕੇ ਹੀ ਹਰੇ ਕ੍ਰਾਂਤੀ ਵੀ ਲਿਆਂਦੀ ਹੈ, ਪਰੰਤੂ ਵਰਤਮਾਨ ਸਮੇਂ ਵਿੱਚ ਖੁਸ਼ਹਾਲ ਜੀਵਨ ਲਈ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵਸਣ ਦੀ ਰੁਚੀ ਵੱਧ ਰਹੀ ਹੈ, ਜੋ ਕਿ ਰਾਜਨੀਤਿਕ ਕਾਰਨਾਂ ਕਰਕੇ ਅਤੇ ਕੁਦਰਤੀ ਸਰੋਤਾਂ ਦੇ ਘਟਣ ਕਰਕੇ ਹੋਈ ਹੈ। ਪੰਜਾਬੀਆਂ ਦੀ ਵੱਖਰੀ ਪਹਿਚਾਣ ਦਾ ਚਿੰਨ੍ਹ ਹਨ ਕੁਰਬਾਨੀ ਦੀ ਭਾਵਨਾ, ਅਣਖ, ਮਿੱਸਾ ਸੁਭਾਅ ਅਤੇ ਮਿਹਨਤ ਕਸ਼ੀ ਆਦਿ। ਇਸ ਤਰ੍ਹਾਂ ਦੇ ਸੰਸਾਰ ਦੇ ਸੱਭਿਆਚਾਰ ਵਿੱਚੋਂ ਪੰਜਾਬੀ ਸੱਭਿਆਚਾਰ ਵਿਲੱਖਣ ਹੈ। ਅਗਲਾ ਪ੍ਰਸ਼ਨ ਕੀ ਹੈ ਦੋਸਤੋ, ਕਿ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ ਹਨ। ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਣਨ ਕਰੋ। ਤਾਂ ਦੇਖਦੇ ਹਾਂ ਇਸ ਦਾ ਆਨਸਰ ਵੀ। ਤਾਂ ਦੇਖੋ ਦੋਸਤੋ, ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ ਹਨ, ਤਾਂ ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਣਨ ਕਰੋ। ਤਾਂ ਦੇਖੋ ਦੋਸਤੋ, ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਨਾਲ ਬਹੁਤ ਸਾਰੇ ਜਿਹੜੇ ਮੇਲੇ ਸੰਬੰਧਿਤ ਹਨ। ਪਹਿਲੇ ਸਮੇਂ ਵਿੱਚ ਕਿਸਾਨ ਪਹਿਲੀ ਪੌਣ ਤੋਂ
ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦੇ ਸਨ ਤੇ ਇੰਨੀ ਦਿਨ ਹੀ ਜਿਹੜਾ ਹੈਗਾ ਖੇਤਾਂ ਵਿੱਚ ਮੇਲੇ ਵੀ ਲੱਗਦੇ ਸਨ। ਪੰਜਾ ਸਾਹਿਬ ਦੇ ਚਸ਼ਮੇ ਨੂੰ ਜਿਹੜਾ ਹੈਗਾ ਨਾਗਾ ਦੇ ਰਾਜ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ, ਜਿੱਥੇ ਪ੍ਰਾਚੀਨ ਕਾਲ ਵਿੱਚ ਲੋਕਾਂ ਮੀਂਹ ਲਈ ਪ੍ਰਾਰਥਨਾ ਕਰਦੇ ਹਨ। ਮੁਸਲਮਾਨੀ ਰਾਜ ਤੋਂ ਪਹਿਲਾਂ ਇੱਥੇ ਭਾਰੀ ਮੇਲਾ ਲੱਗਦਾ ਹੁੰਦਾ ਸੀ। ਇਹਨਾਂ ਮੇਲਿਆਂ ਨੂੰ ਨਾਗ ਮਾਹ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਤੇ ਪੰਜਾਬ ਵਿੱਚ ਗੁੱਗੇ ਦੀ ਪੂਜਾ ਮੁੱਲ ਰੂਪ ਵਿੱਚ ਜਿਹੜੀ ਹੈਗੀ ਹੈ ਸਰਪ ਪੂਜਾ ਦਾ ਹੀ ਦੋਸਤੋ ਵਧੇਰੇ ਸੁਧਾਰਿਆ ਹੋਇਆ ਰੂਪ ਹੈ। ਪੰਜਾਬ ਵਿੱਚ ਗੁੱਗੇ ਦੀ ਜਿਹੜੀ ਹੈਗੀ ਆ ਪੂਜਾ ਨਾਲ ਸੰਬੰਧਿਤ ਸਭ ਤੋਂ ਵੱਡਾ ਮੇਲਾ ਛਪਾਰ ਵਿੱਚ ਭਾਦਰੋਂ ਸੁਦੀ 14 ਨੂੰ ਲੱਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਮਾੜੀ ਹੈ, ਠੀਕ ਹੈ ਜੀ। ਤੇ ਇੱਥੇ ਜਿਹੜੀ ਹੈਗੀ ਹੈ ਦੋਸਤੋ ਜਿਸ ਦੀ ਗੁੱਗੇ ਦੇ ਭਗਤਾਂ ਤੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1890 ਵਿਕਰਮੀ ਵਿੱਚ ਸਥਾਪਨਾ ਕੀਤੀ ਸੀ, ਉਦੋਂ ਤੋਂ ਇਹ ਮੇਲਾ ਲੱਗਦਾ ਆ ਰਿਹਾ ਹੈ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈਗਾ ਆਪਣਾ ਕਿ ਵਿਆਹ ਕੇ ਲੈ ਕੇ ਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ ਰਸਮਾਂ ਹੁੰਦੀਆਂ ਹਨ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਆ ਰਿਹਾ ਦੋਸਤੋ ਕਿ ਵਿਆਹ ਕੇ ਲਾਉਣ ਪਿੱਛੋਂ ਜਿਹੜਾ ਹੈਗਾ ਵਾ ਮੁੰਡੇ ਦੇ ਘਰ ਕਿਹੜੀਆਂ ਰਸਮਾਂ ਹੁੰਦੀਆਂ ਹਨ। ਤਾਂ ਦੇਖੋ ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸ਼ਗਨਾਂ ਦੀ ਥਾਲੀ ਲੈ ਕੇ ਨੂੰਹ ਪੁੱਤ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਵਰਦੀ ਹੈ। ਉਹ 7 ਵਾਰ ਪਾਣੀ ਮੂੰਹ ਨੂੰ ਲਾਉਂਦੀ ਹੈ, ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। 7ਵੀਂ ਵਾਰ ਉਸ ਦੀਆਂ ਦਰਾਣੀਆਂ ਜਠਾਣੀਆਂ ਉਸ ਨੂੰ ਬਿਲਕੁਲ ਹੀ ਉਹ ਪਾਣੀ ਨਹੀਂ ਪੀਣ ਦਿੰਦੀਆਂ। ਇਸ ਤੋਂ ਪਿੱਛੇ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਮੂੰਹ ਵੇਖਦੀਆਂ ਹਨ। ਦੂਜੇ ਦਿਨ ਸਵੇਰੇ ਜਿਹੜਾ ਹੈਗਾ ਵਾ ਲਾੜਾ ਤੇ ਵਹੁਟੀ ਜਿਹੜਾ ਹੈਗਾ ਆਪਣਾ ਦੋਸਤੋ ਪਿੱਤਰਾਂ ਤੇ ਆਪਣਾ ਦੋਸਤੋ ਸ਼ਹੀਦਾ ਜਾਂ ਫਿਰ ਤੁਲਸੀ ਦੇ ਜਿਹੜਾ ਹੈਗਾ ਵਾ ਦੋਸਤੋ ਸ਼ਹੀਦਾ ਜਾਂ ਫਿਰ ਦੋਸਤੋ ਜਿਹੜਾ ਹੈਗਾ ਸ਼ਹੀਦਾ ਹੋਊਗਾ ਦੋਸਤੋ ਸ਼ਹੀਦਾ ਜਾਂ ਫਿਰ ਦੋਸਤੋ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ, ਠੀਕ ਹੈ ਜੀ। ਕਈ ਥਾਵਾਂ ਉੱਤੇ ਇਸ ਸਮੇਂ ਜਿਹੜਾ ਹੈਗਾ ਛੱਟੀ ਖੇਡਣ ਦਾ ਰਿਵਾਜ ਵੀ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ 7 ਛੱਟੀਆਂ ਮਾਰਦੇ ਹਨ। ਇਸੇ ਸ਼ਾਮ ਉਹ ਦੋਸਤੋ ਕੰਗਣਾ ਖੇਲਦੇ ਹਨ। ਤੀਜੇ ਦਿਨ ਬਹੂ ਨੂੰ ਤੁਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਇਆ ਜਾਂਦਾ ਹੈ। ਬਹੂ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ ਪੇਟੀ ਖੁਲਾਈ ਦਾ ਮਨ ਪਾਉਂਦਾ ਸੂਟ ਕੱਢ ਲੈਂਦੀ ਹੈ। ਵਿਆਹ ਦੀਆਂ ਇਹਨਾਂ ਰਸਮਾਂ ਵਿੱਚ ਹੁਣ ਕਿਤੇ ਤਬਦੀਲੀ ਜਿਹੜੀ ਹੈਗੀ ਆ ਗਈ ਹੈ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਦੇਖ ਲੈਂਦੇ ਆ ਕੀ ਹੈ। ਹਾਂਜੀ, ਅਗਲਾ ਪ੍ਰਸ਼ਨ ਹੈਗਾ ਦੋਸਤੋ ਲੋਕ ਖੇਡਣ ਨਾਲ ਬੱਚੇ ਦੇ ਅੰਦਰ ਜਿਹੜੇ ਹੈਗੇ ਆ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ, ਇਹ ਵੀ ਦੱਸੋ ਕਿ ਅਜਿਹੀਆਂ ਕਿਹੜੀਆਂ ਖੇਡਾਂ ਹਨ, ਠੀਕ ਹੈ ਜੀ। ਤਾਂ ਲੋਕ ਖੇਡਾਂ, ਹਾਂਜੀ, ਤਾਂ ਲੋਕ ਖੇਡਾਂ ਖੇਡਣ ਨਾਲ ਬੱਚੇ ਅੰਦਰ ਦੋਸਤੋ ਜਿਹੜਾ ਹੈਗਾ ਵਾ, ਠੀਕ ਹੈ ਜੀ, ਮਿਲਵਰਤਨ, ਨੇਕ ਨੀਅਤੀ, ਧੋਖਾ ਨਾ ਕਰਨ, ਨਸ਼ਿਆਂ ਤੋਂ ਦੂਰ, ਠੀਕ ਹੈ ਜੀ, ਤੇ ਭਾਈਵਾਲ ਪ੍ਰੇਮ ਜਿਹੜਾ ਹੈਗਾ ਵਾ ਦੋਸਤੋ ਪਿਆਰ ਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ, ਜਿਵੇਂ ਕਿ ਬੁੱਢੀ ਮਾਈ, ਭੰਡ ਭੰਡਾਰੀਆ, ਉਠਕ ਬੈਠਕ, ਕੋਟਲਾ ਛਪਾਕੀ, ਕਬੱਡੀ, ਰੱਸਾਕੱਸੀ ਆਦਿ ਅਜਿਹੀਆਂ ਖੇਡਾਂ ਹਨ ਜੋ ਮਨੁੱਖ ਵਿੱਚ ਅਜਿਹੇ ਗੁਣ ਵਿਕਸਿਤ ਕਰਦੀਆਂ ਹਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈਗਾ ਕਿ ਇਸਤਰੀਆਂ ਦੇ ਮੁੱਖ ਲੋਕ ਨਾਚਾਂ ਦਾ ਸੰਖੇਪ ਵਰਣਨ ਕਰੋ। ਤਾਂ ਦੇਖਦੇ ਹਾਂ ਇਸ ਦਾ ਆਨਸਰ ਵੀ ਲੋਕ ਕਲਾ ਅਜਿਹੀ ਹਾਂਜੀ ਇਸਤਰੀਆਂ ਦੇ ਪੁੱਛਿਆ ਨਾ ਦੋਸਤੋ। ਹਾਂ ਵੇਟ ਇੱਥੇ ਦੇਖਦਾ ਕੀ ਆ, ਸੌਰੀ ਦੋਸਤੋ ਇਹ ਵਾਲਾ ਜਿਹੜਾ ਕੁਐਸਚਨ ਸੀਗਾ ਉਹ ਰਹਿ ਗਿਆ। ਜਿਵੇਂ ਕਿ ਆਹ ਵਾਲਾ ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ, ਇਸ ਨੂੰ ਦੇਖ ਲੈਂਦੇ ਹਾਂ ਪਹਿਲਾਂ। ਤਾਂ ਹਰ ਆਨਸਰ ਇਸ ਦਾ ਕਿ ਅਜਿਹਾ ਕਲਾ ਜੋ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਜਿਹੜੀ ਹੈਗੀ ਸਰਲਤਾ ਅਤੇ ਸਾਦਗੀ ਹੋਵੇ, ਉਹ ਲੋਕ ਕਲਾ ਅਖਵਾਉਂਦੀ ਹੈ। ਜਿਵੇਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਹੈ, ਤਿਵੇਂ ਕਲਾ ਦੇ ਨਿਯਮ ਬਣਦੇ ਗਏ। ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ, ਉਹ ਲੋਕ ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿੱਚ ਆ ਗਈ। ਸ਼ਾਸਤਰੀ ਕਲਾ ਜਿੱਥੇ ਵੱਜਵੇਂ ਨਿਯਮਾਂ ਵਾਲੀ ਹੁੰਦੀ ਹੈ, ਉੱਥੇ ਲੋਕ ਕਲਾ ਦੇ ਨਿਯਮ ਜਿਹੜੇ ਹੈਗੇ ਆ ਲਚਕੀਲੇ ਜਿਹੜੇ ਹੈਗੇ ਆ ਹੁੰਦੇ ਹਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਆ, ਹਾਂਜੀ, ਕਿ ਬਈ ਇਸਤਰੀਆਂ ਦੇ ਮੁੱਖ ਲੋਕ ਨਾਚਾਂ ਦਾ ਸੰਖੇਪ ਵਰਣਨ ਕਰੋ। ਤਾਂ ਦੇਖ ਲੈਂਦੇ ਹਾਂ ਦੋਸਤੋ ਇਸਤਰੀਆਂ ਦੇ ਮੁੱਖ ਜਿਹੜੇ ਹੈਗੇ ਆ ਨਾਚ ਕਿਹੜੇ ਹਨ, ਲੋਕ ਨਾਚ। ਤਾਂ ਦੇਖੋ ਦੋਸਤੋ ਇੱਕ ਤਾਂ ਹੈਗਾ ਬੜਾ ਗਿੱਧਾ, ਸਿੰਮੀ, ਕਿੱਕਲੀ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਸਮਾਜਿਕ ਪਰੰਪਰਾ, ਵਿਚਾਰਾਂ ਤੇ ਵਿਸ਼ਵਾਸਾਂ ਤੇ ਮਿੱਥਾਂ ਤੇ ਰਹੁ ਰੀਤਾਂ, ਸਰੀਰਕ ਬਣਤਰ ਤੇ ਕਾਰਜ ਇਸਤਰੀਆਂ ਦੇ ਦੋਸਤੋ ਜਿਹੜਾ ਹੈਗਾ ਲੋਕ ਨਾਚਾਂ ਦੀ ਜਿਹੜੀ ਹੈਗੀ ਆ ਪ੍ਰਕਿਰਤੀ ਨਿਰਧਾਰਿਤ ਕਰਦੇ ਹਨ। ਪੰਜਾਬਣ ਭਾਵੇਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਮੁਕਾਬਲੇ ਤਕੜੇ ਅਤੇ ਭਰਵੇਂ ਸਰੀਰ ਤੇ ਉੱਚੇ ਕੱਦ ਦੇ ਕਾਠ ਵਾਲੀਆਂ ਹੁੰਦੀਆਂ ਹਨ, ਠੀਕ ਹੈ। ਤਾਂ ਵੀ ਇਹਨਾਂ ਦੇ ਨਾਚ ਵਿੱਚ ਜਿਹੜੇ ਹੈਗੇ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਤੇ ਲਚਕ ਨਾਲ ਭਰਪੂਰ ਹਨ। ਕੋਈ ਵੀ ਮੰਗਲ ਕਾਰਜ ਇਸਤਰੀਆਂ ਦੇ ਲੋਕ ਨਾਚ ਤੋਂ ਸਖਣਾ ਨਹੀਂ ਰਹਿੰਦਾ ਹੈ, ਠੀਕ ਹੈ ਜੀ। ਇਹ ਲੋਕ ਨਾਚ ਸਧਾਰਨ ਲੋਕ ਸਾਜ਼ਾਂ, ਪਹਿਰਾਵੇ, ਬਹੁਪੱਖੀ ਲੋਕ ਗੀਤਾਂ ਰਾਹੀਂ ਬਿਨਾਂ ਕਿਸੇ ਘੜੀ ਨਿਯਮਾਂ ਵਾਲੀ ਤੋਂ ਦੋਸਤੋ ਕਿਸੇ ਜਿਹੜਾ ਹੈਗਾ ਵਾ ਸਰਬ ਸਾਂਝੀ ਥਾਂ 'ਤੇ ਪੇਸ਼ ਕੀਤੇ ਜਾਂਦੇ ਹਨ। ਪੰਜਾਬ ਦੀਆਂ ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚ ਅੱਗੇ ਲਿਖੇ ਹਨ। ਗਿੱਧਾ ਹੋ ਗਿਆ, ਠੀਕ ਹੈ ਜੀ। ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ ਅਤੇ ਬਲਬਲਿਆਂ ਤੇ ਉਲਾਸ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਹੈ, ਠੀਕ ਹੈ। ਬਾਕੀ ਹੋਰ ਜਿਹੜੇ ਲੋਕ ਨਾਚ ਹਨ, ਜਿਵੇਂ ਕਿ ਦੇਖ ਲਓ ਸੰਮੀ। ਤਾਂ ਦੋਸਤੋ ਸੰਮੀ ਇਸਤਰੀਆਂ ਦੇ ਲੋਕ ਨਾਚ ਵਿੱਚੋਂ ਇੱਕ ਹੈ। ਇਹ ਲੋਕ ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗਾਂ ਦਾ ਜਿਹੜਾ ਹੈਗਾ ਵਾ ਪੱਛਮੀ ਭਾਗਾਂ ਦੀਆਂ ਦੋਸਤੋ 12 ਦੇ ਇਲਾਕਿਆਂ ਵਿੱਚੋਂ ਪ੍ਰਚਲਿਤ ਹੈ। ਸੰਮੀ ਲੋਕ ਨਾਚ ਦੇ ਜਨਮ ਅਤੇ
ਪ੍ਰਫੁੱਲਿਤ ਹੋਣ ਸੰਬੰਧੀ ਵੀ ਕਈ ਧਾਰਨਾਵਾਂ ਅਤੇ ਕਈ ਜਿਹੜੀ ਹੈਗੀ ਦੰਤ ਕਥਾਵਾਂ ਪ੍ਰਚਲਿਤ ਹਨ। ਇਹ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖਤ ਦੀ ਲੱਕੜ ਦੀ ਅੱਗ ਬਲ ਕੇ ਉਸਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ ਸੰਮੀ ਪੈ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਦੂਸਰਾ ਕੀ ਸੀਗਾ ਆਪਣਾ, ਸੌਰੀ ਇੱਕ ਆ ਵੀ ਰਹਿ ਗਿਆ, ਇਹਦੇ ਥੱਲੇ ਹੀ ਆ, ਕਿੱਕਲੀ। ਠੀਕ ਹੈ ਜੀ। ਕਿੱਕਲੀ ਦੇਖੋ ਦੋਸਤੋ, ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ। ਦੂਜੇ ਲੋਕ ਨਾਚਾਂ ਵਿੱਚ ਇਸ ਦੀ ਵੱਖਰੀ ਪਹਿਚਾਣ ਹੈ ਅਤੇ ਇਸ ਲੋਕ ਨਾਚ ਨੂੰ ਇਸਤਰੀਆਂ ਦੇ ਗਿੱਧੇ ਜਾਂ ਫਿਰ ਹੋਰ ਜਿਹੜਾ ਹੈਗਾ ਲੋਕ ਨਾਚਾਂ ਦੇ ਆਰੰਭਿਕ ਜਾਂ ਫਿਰ ਅੰਤਿਮ ਚਰਨ 'ਤੇ ਵੀ ਪੇਸ਼ ਕਰ ਲੈਂਦੀਆਂ ਹਨ। ਅਸਲ ਵਿੱਚ ਇਹ ਲੋਕ ਨਾਚ ਗਿੱਧੇ ਦੀ ਜਿਹੜੀ ਹੈਗੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ ਕਿਸੇ ਖੁਸ਼ੀ ਦੇ ਮੌਕੇ ਜਾਂ ਦੋ ਤੋਂ ਵੱਧ ਜਾਂ ਫਿਰ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰਸਤੇ ਜਾਂ ਫਿਰ ਕੋਠੇ ਦੀ ਛੱਤ 'ਤੇ ਇਸ ਲੋਕ ਨਾਚ ਨੂੰ ਨਿੱਕੇ ਨਿੱਕੇ ਲੋਕ ਗੀਤਾਂ ਦੇ ਨਾਲ ਜਿਹੜਾ ਹੈਗਾ ਵਾ ਨੱਚ ਲੈਂਦੀਆਂ ਹਨ। ਇਸ ਦੇ ਪ੍ਰਚਲਿਤ ਲੋਕ ਗੀਤ ਦਾ ਨਮੂਨਾ ਦੇਖੋ, ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਠੀਕ ਹੈ ਜੀ। ਇਸ ਤਰ੍ਹਾਂ ਦਾ ਇਹ ਹੈਗਾ ਵਾ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਕਿ ਮੰਚ ਦੇ ਪੱਖ ਤੋਂ ਜਿਹੜਾ ਹੈਗਾ ਨਕਲਾਂ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਤਾਂ ਦੇਖੋ ਦੋਸਤੋ, ਹਾਂਜੀ, ਤਾਂ ਦੇਖੋ ਦੋਸਤੋ ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਅਤੇ ਜਿਹੜੇ ਹੈਗੇ ਖੁੱਲ੍ਹੇ ਚਰਿੱਤਰ ਦੀ ਧਾਰਨਾ ਹੈ। ਇਹਨਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਲੋਕਾਂ ਲਈ ਜਿਹੜੀ ਹੁੰਦੀ ਹੈ, ਜਿਸ ਵਿੱਚ ਸਿਰਫ ਸੰਕੇਤਕ ਅਤੇ ਲੋੜੀਂਦੀ ਸਮੱਗਰੀ ਹੀ ਵਰਤੀ ਜਾਂਦੀ ਹੈ, ਜਿਵੇਂ ਚਮੋਟਾ ਅਤੇ ਛੋਟਾ ਤਬਲਾ। ਬਾਕੀ ਕੰਮ ਇਸ਼ਾਰਿਆਂ ਨਾਲ ਹੀ ਦੋਸਤੋ ਸਾਰ ਲਿਆ ਜਾਂਦਾ ਹੈ। ਇੱਕੋ ਆਦਮੀ ਬਿਨਾਂ ਕੱਪੜੇ ਬਦਲੇ ਹੀ ਸਿਰ 'ਤੇ ਸਾਫਾ ਰੱਖ ਕੇ ਕੁੜੀ ਬਣ ਜਾਂਦਾ ਹੈ ਅਤੇ ਫਿਰ ਉਹ ਦੋਸਤੋ ਸਾਰਾ ਜਿਹੜਾ ਹੈਗਾ ਵਾ ਸਾਫਾ ਸਿਰ 'ਤੇ ਬੰਨ੍ਹ ਕੇ ਪਿਓ ਜਾਂ ਫਿਰ ਵਿਚੋਲਣ ਬਣ ਜਾਂਦਾ ਹੈ। ਇੱਕ ਵਾਰੀ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ। ਦਰਸ਼ਕ ਇਸ ਨੂੰ ਸਹਿਜ ਨਾਲ ਹੀ ਸਮਝ ਲੈਂਦੇ ਹਨ। ਅਦਾਕਾਰ ਆਪਣੀ ਕਲਾ ਜੋਹਰ ਦਿਖਾ ਕੇ ਦਰਸ਼ਕਾਂ ਨੂੰ ਜਿਹੜਾ ਹੈਗਾ ਕੀ ਲੈ ਲੈਂਦੇ ਹਨ, ਨਾ ਕਿ ਰੌਸ਼ਨੀਆਂ ਅਤੇ ਬਨਾਵਟੀ ਤਕਨੀਕਾਂ ਨਾਲ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ। ਠੀਕ ਹੈ ਜੀ। ਤਾਂ ਦੇਖ ਲੈਂਦੇ ਹਾਂ ਇਸ ਦਾ ਆਨਸਰ ਵੀ, ਸੌਰੀ ਇੱਥੇ ਆਪਣਾ ਪੇਜ ਓਪਨ ਨਹੀਂ ਹੋਇਆ ਇਹ ਵਾਲਾ, ਹਾਂਜੀ, ਤਾਂ ਆਹੀ ਸੀਗਾ ਨਾ ਦੋਸਤੋ ਕਿ ਪੰਜਾਬੀ ਸੱਭਿਆਚਾਰ ਵਿੱਚ ਰਵਾਇਤੀ ਖਾਣੇ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ। ਤਾਂ ਦੇਖੋ ਦੋਸਤੋ, ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਪੰਜਾਬੀ ਸੱਭਿਆਚਾਰ ਦੇ ਜਿਹੜਾ ਹੈਗਾ ਵਾ ਰਵਾਇਤੀ ਖਾਣਾ ਦੀ ਥਾਂ ਦੋਸਤੋ ਜਿਹੜਾ ਹੈਗਾ ਬਣਾਈ ਰੱਖਣੀ ਚਾਹੀਦੀ ਹੈ। ਸਾਨੂੰ ਅਜੋਕੇ ਖਾਣੇ ਪੀਜ਼ੇ, ਬਰਗਰ, ਹੌਟ ਡੌਗ, ਚਾਕਲੇਟ, ਟੌਫੀਆਂ ਅਤੇ ਕੋਲਡ ਡਰਿੰਕਸ ਦੀ ਥਾਂ ਦੋਸਤੋ ਆਪਣੀ ਰਵਾਇਤੀ ਖਾਣਿਆਂ ਦਾਲ, ਸਬਜ਼ੀ, ਸਾਗ, ਰੋਟੀ, ਖੀਰ, ਕੜਾਹ, ਮਿੱਠੇ ਚੌਲ, ਸ਼ਿਕੰਜਵੀ, ਸ਼ਰਬਤ ਅਤੇ ਠੰਡਿਆਈ ਆਦਿ ਦੀ ਪਹਿਲ ਦੇਣੀ ਚਾਹੀਦੀ ਹੈ। ਰਵਾਇਤੀ ਖਾਣਿਆਂ ਵਿੱਚ ਸਾਡੇ ਸਰੀਰ ਦੇ ਅਨੁਕੂਲ ਖੁਰਾਕੀ ਤੱਤ ਹੁੰਦੇ ਹਨ। ਰਵਾਇਤੀ ਖਾਣੇ ਸਸਤੇ ਹੁੰਦੇ ਹਨ, ਤਾਜ਼ੇ ਵੀ ਹੁੰਦੇ ਹਨ, ਜਦਕਿ ਵਿਦੇਸ਼ੀ ਖਾਣੇ ਮਹਿੰਗੇ ਅਤੇ ਬੇਹੇ ਹੁੰਦੇ ਹਨ, ਜੋ ਕਿ ਸਾਡੀ ਸਿਹਤ ਲਈ ਚੰਗੇ ਨਹੀਂ। ਇਸ ਕਰਕੇ ਸਾਨੂੰ ਨਵੇਂ ਵਿਦੇਸ਼ੀ ਖਾਣਿਆਂ ਦੀ ਥਾਂ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਠੀਕ ਹੈ ਜੀ। ਅਤੇ ਅਗਲਾ ਆਨਸਰ ਦੇਖ ਲੈਂਦੇ ਹਾਂ ਦੋਸਤੋ ਆਪਣਾ, ਹਾਂਜੀ, ਤਾਂ ਹੁਣ ਲੈਟਰ ਆ ਤੁਹਾਡੀ, ਠੀਕ ਹੈ ਜੀ, ਪੱਤਰ, ਯਾਨੀ ਕਿ ਇਹ ਵਾ ਇੱਕ ਤਾਂ ਕਿ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਹੈਗਾ ਪੁਸਤਕਾਲਾ ਖੋਲ੍ਹਿਆ ਹੈ। ਲਾਇਬ੍ਰੇਰੀਅਨ ਵੱਲੋਂ ਪੁਸਤਕਾਂ ਮੰਗਵਾਉਣ ਲਈ ਭਿੰਨ ਪੁਸਤਕਾਵਾਂ ਵਿਕਰੇਤਾਵਾਂ ਨੂੰ ਜਿਹੜਾ ਹੈਗਾ ਵਾ ਤੁਸੀਂ ਕੋਟੇਸ਼ਨਾਂ ਦੀ ਮੰਗ ਕੀਤੀ ਗਈ ਹੋਵੇ। ਠੀਕ ਹੈ ਜੀ। ਆਹ ਵਾਲਾ ਪਹਿਲਾਂ ਹੈਗਾ ਕਰੋ। ਠੀਕ ਹੈ ਜੀ। ਦੇਖ ਲੈਂਦੇ ਹਾਂ। ਆਹ ਦੇਖੋ ਦੋਸਤੋ, ਪੁਸਤਕਾਲਾ ਖੋਲ੍ਹਿਆ ਗਿਆ ਹੈ। ਠੀਕ ਹੈ ਜੀ। ਅਤੇ ਇਹਨਾਂ ਦੇ ਹੈਗੇ ਜਿਹੜੇ ਭਿੰਨ ਪੁਸਤਕ ਵਿਕਰੇਤਾਵਾਂ ਨੂੰ ਜਿਹੜਾ ਹੈਗਾ ਪੱਤਰ ਲਿਖ ਕੇ ਜਿਸ ਵਿੱਚ ਕੋਟੇਸ਼ਨਾਂ ਦੀ ਮੰਗ ਕੀਤੀ ਹੋਵੇ। ਠੀਕ ਹੈ ਜੀ। ਆਹੀ ਆਪਣੀ ਲੈਟਰ ਸੀਗੀ। ਤਾਂ ਦੇਖ ਲੈਂਦੇ ਹਾਂ ਦੋਸਤੋ। ਸਭ ਤੋਂ ਪਹਿਲਾਂ ਬਹਿਰਾਮ, ਜ਼ਿਲ੍ਹਾ ਜਲੰਧਰ, ਹਵਾਲਾ ਨੰਬਰ 503/08/2018, 19 ਮਿਤੀ 27 ਦਸੰਬਰ 2023, ਮੈਨੇਜਰ ਸਾਹਿਬ, ਡਾਇਮੰਡ ਬੁੱਕ ਡਿਪੂ, ਮਾਈ ਹੀਰਾ ਗੇਟ, ਜਲੰਧਰ। ਵਿਸ਼ਾ ਕੀ ਹੈ ਦੋਸਤੋ, ਲਾਇਬ੍ਰੇਰੀ ਪੁਸਤਕਾਂ ਸੰਬੰਧੀ ਕੋਟੇਸ਼ਨਾਂ ਦੀ ਮੰਗ। ਸ਼੍ਰੀਮਾਨ ਜੀ, ਪਿੰਡ ਬਹਿਰਾਮ ਜੋ ਕਿ ਭੋਗਪੁਰ ਬੱਲੋਵਾਲ ਸੜਕ ਉੱਤੇ ਦੋਸਤੋ ਭੋਗਪੁਰ ਤੋਂ ਲਗਭਗ 3 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਅਤੇ ਪਿੰਡ ਦੀ ਯੁਵਕ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਇੱਕ ਪਬਲਿਕ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ। ਉਸ ਵਿੱਚ ਪੁਸਤਕਾਂ ਮੰਗਵਾਉਣ ਲਈ ਆਪ ਜੀ ਦੇ ਫਰਮ ਪਾਸੋਂ ਰੇਟ ਦੀ ਮੰਗ ਜਿਹੜਾ ਹੈਗਾ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬੀ ਅਤੇ ਹਿੰਦੀ ਸਾਹਿਤ ਦੀਆਂ ਆਮ ਪੁਸਤਕਾਂ ਜਿਵੇਂ ਕਿ ਕਵਿਤਾ, ਨਾਵਲ, ਨਾਟਕ, ਕਹਾਣੀ ਅਤੇ ਸਫ਼ਰਨਾਮਾ, ਜੀਵਨੀ, ਆਮ ਵਾਕਫੀ ਆਦਿ। ਪੰਜਾਬੀ ਅਤੇ ਹਿੰਦੀ ਦੀਆਂ ਸਰਕਾਰੀ ਜਾਂ ਫਿਰ ਅਰਧ ਸਰਕਾਰੀ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ, ਅੰਗਰੇਜ਼ੀ ਦੇ ਨਾਵਲ ਅਤੇ ਕਹਾਣੀਆਂ, ਆਮ ਵਾਕਫੀ ਦੀਆਂ ਪੁਸਤਕਾਂ, ਸ਼ਬਦਕੋਸ਼ ਅਤੇ ਹੋਰ ਜਿਹੜੇ ਹੈਗੇ ਹਵਾਲਾ ਪੁਸਤਕਾਂ, ਸਿੱਖ ਇਤਿਹਾਸ ਸੰਬੰਧੀ ਜਿਹੜੀ ਹੈਗੇ ਪੁਸਤਕਾਂ ਅਤੇ ਗੁਰਬਾਣੀ ਦੇ ਟੀਕੇ। ਕਿਰਪਾ ਕਰਕੇ ਉਪਰੋਕਤ ਸ਼੍ਰੇਣੀਆਂ ਦੀਆਂ ਪੁਸਤਕਾਂ ਉੱਪਰ ਆਪਣੀ ਜਿਹੜੀ ਹੈਗੀ ਛੋਟ ਦਰ ਪ੍ਰਤੀਸ਼ਤ ਵਿੱਚ ਲਿਖ ਦੇਣੀ। ਸਾਰੀਆਂ ਪੁਸਤਕਾਂ ਜਿਹੜੀ ਹੈਗੇ ਨੇ ਸਾਫ਼ ਸੁਥਰੀਆਂ, ਪੱਕੀਆਂ ਜਿਲਦ ਵਾਲੀਆਂ ਅਤੇ ਨਵਨੀਤਮ ਸੰਸਕਰਣ ਦੀਆਂ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਪੁਸਤਕ ਉੱਪਰ ਛਪੇ ਹੋਏ ਜਿਹੜੇ ਹੈਗੇ ਮੁੱਲ ਵਿੱਚ ਅਦਲਾ ਬਦਲੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਜੇ ਕਿਸੇ ਪੁਸਤਕ ਉੱਪਰ ਉਸ ਦਾ ਮੁੱਲ ਨਹੀਂ ਛਪਿਆ ਤਾਂ ਉਸ ਸੰਬੰਧੀ ਜਿਹੜੀ ਹੈਗੀ ਕੀਮਤ ਸਬੂਤ ਦੇਣਾ ਪਵੇਗਾ। ਆਰਡਰ ਕੀਤੀਆਂ ਸਾਰੀਆਂ ਹੀ ਪੁਸਤਕਾਂ ਦੀ ਸਪਲਾਈ ਕਰਨਾ ਜਿਹੜੀ ਹੈਗੀ ਲਾਜ਼ਮੀ ਹੋਵੇਗੀ। ਪੁਸਤਕਾਂ ਨੂੰ ਪਿੰਡ ਦੀ ਲਾਇਬ੍ਰੇਰੀ ਵਿੱਚ ਠੀਕ ਤਰੀਕੇ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਫਰਮ ਦੀ ਹੋਵੇਗੀ। ਉਪਰੋਕਤ ਸ਼ਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਕੋਟੇਸ਼ਨਾਂ ਮਿਤੀ 15 ਜਨਵਰੀ 2023 ਜਿਹੜਾ ਹੈਗਾ ਵਾ ਤੱਕ ਜਿਹੜਾ ਹੈਗਾ ਵਾ ਦੋਸਤੋ ਮੁਹਰਬੰਦ ਲਿਫਾਫੇ ਵਿੱਚ ਪਾ ਕੇ ਨਿਮਨ ਹਸਤਾਖਰ ਨਾਲ ਜਿਹੜਾ ਹੈਗਾ ਵਾ ਦੋਸਤੋ ਦੇ ਨਾਮ 'ਤੇ ਮਤਲਬ ਦੇ ਨਾਂ ਉੱਤੇ ਭੇਜਿਆ ਜਾਣ। ਇਸ ਮਿਤੀ ਤੋਂ ਮਗਰੋਂ ਪ੍ਰਾਪਤ ਹੋਣ ਵਾਲੇ ਕੋਟੇਸ਼ਨਾਂ
ਸੰਬੰਧੀ ਵਿਚਾਰ ਨਹੀਂ ਕੀਤਾ ਜਾਵੇਗਾ। ਧੰਨਵਾਦ ਸਹਿਤ ਆਪ ਦਾ ਵਿਸ਼ਵਾਸ ਪੱਤਰ ਜੋਗਿੰਦਰ ਸਿੰਘ ਲਾਇਬ੍ਰੇਰੀਅਨ, ਮੋਬਾਈਲ ਨੰਬਰ ਇੱਥੇ ਲਿਖਿਆ ਹੋਇਆ ਵਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਹੈਗਾ ਕਿ ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ, ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਨੂੰ ਅਫਸਰ ਨੂੰ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾਂ ਬਾਰੇ ਪੱਤਰ ਰਾਹੀਂ ਜਾਣਕਾਰੀ ਦੀ ਮੰਗ ਕਰੋ। ਠੀਕ ਹੈ ਜੀ। ਤਾਂ ਆਹੀ ਵਾਲਾ ਲੈਟਰ ਆ ਸੇਮ ਕਿ ਤੁਸੀਂ ਮੱਛੀ ਪਾਲਣ ਬਾਰੇ ਕਾਰੋਬਾਰ ਕਰਨਾ ਚਾਹੁੰਦੇ ਹੋ, ਮੱਛੀ ਪਾਲਣ ਅਫਸਰ ਨੂੰ ਇੱਕ ਪੱਤਰ ਲਿਖੋ। ਠੀਕ ਹੈ ਜੀ। ਤੇ ਕਿਸ ਪਾਸੋਂ ਦੋਸਤੋ ਸਬਸਿਡੀ ਜਿਹੜੀ ਮਿਲਦੀ ਹੈ ਤੇ ਜਿਹੜੀ ਸਹਾਇਤਾ ਮਿਲਦੀ ਆ ਉਹਦੇ ਬਾਰੇ ਲੈਟਰ ਆ ਇਹ। ਤਾਂ ਦੇਖੋ ਦੋਸਤੋ ਪਿੰਡ ਤੇ ਦਾਕ ਚੂਹੜਵਾਲੀ, ਜ਼ਿਲ੍ਹਾ ਜਲੰਧਰ, 25 ਮਾਰਚ 2023। ਜ਼ਿਲ੍ਹਾ ਅਫਸਰ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਪੰਜਾਬ ਜਲੰਧਰ। ਵਿਸ਼ਾ ਕੀ ਹੈ ਦੋਸਤੋ? ਮੱਛੀ ਪਾਲਣ ਦਾ ਕਿੱਤਾ ਅਪਣਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਜਾਣਕਾਰੀ। ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ BA ਪਾਸ ਇੱਕ ਪੜ੍ਹਿਆ ਲਿਖਿਆ ਦੋਸਤੋ ਬੇਰੁਜ਼ਗਾਰ ਨੌਜਵਾਨ ਹਾਂ। ਨੌਕਰੀ ਨਾ ਮਿਲਣ ਕਰਕੇ ਮੈਂ ਮੱਛੀ ਪਾਲਣ ਦਾ ਕੰਮ ਆਰੰਭ ਕਰਨ ਦਾ ਵਿਚਾਰ ਬਣਾਇਆ ਹੈ। ਇਸ ਸੰਬੰਧੀ ਮੇਰੇ ਕੋਲ ਹੇਠ ਲਿਖੀਆਂ ਸਹੂਲਤਾਂ ਹਨ। ਮੇਰੇ ਕੋਲ 4 ਏਕੜ ਦੀ ਨੀਵੀਂ ਜ਼ਮੀਨ ਹੈ ਜੋ ਕਿ ਨਹਿਰੀ ਸੂਏ ਦੇ ਨਾਲ ਲੱਗਦੀ ਹੈ। ਮੇਰੇ ਕੋਲ ਖਰਚ ਕਰਨ ਲਈ 2 ਲੱਖ ਰੁਪਏ ਹਨ। ਮੈਂ ਆਪਣੇ ਫਾਰਮ ਵਿੱਚ ਜਿਹੜਾ ਹੈਗਾ ਪੈਦਾ ਹੋਈ ਮੱਛਲੀ ਨੂੰ ਜਲੰਧਰ ਤੇ ਹੁਸ਼ਿਆਰਪੁਰ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੈਗੇ ਕਸਬਿਆਂ ਨੂੰ ਵੀ ਸਪਲਾਈ ਕਰ ਸਕਦਾ ਹਾਂ। ਮੈਨੂੰ ਉਮੀਦ ਹੈ ਕਿ ਇੱਕ ਸਫਲ ਮੱਛੀ ਉਤਪਾਦਕ ਜਿਹੜਾ ਹੈਗਾ ਮੈਂ ਸਿੱਧ ਹੋ ਸਕਦਾ ਹਾਂ। ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਇਹ ਕੰਮ ਸ਼ੁਰੂ ਕਰਨ ਲਈ ਸਰਕਾਰ ਮੈਨੂੰ ਕਿੰਨੀ ਸਿਖਲਾਈ ਦੇ ਸਕਦੀ ਹੈ ਤੇ ਕਿੰਨੀ ਸਬਸਿਡੀ ਦੇਵੇਗੀ, ਉਸ ਦੀਆਂ ਕੀ ਸ਼ਰਤਾਂ ਹੋਣਗੀਆਂ। ਜਲਦ ਉੱਤਰ ਦੀ ਉਡੀਕ ਦੇ ਵਿੱਚ ਆਪ ਦਾ ਵਿਸ਼ਵਾਸ ਪੱਤਰ ਕੁਲਵੰਤ ਸਿੰਘ, ਸਪੁੱਤਰ ਸਰਦਾਰ ਸੇਵਾ ਸਿੰਘ। ਮੋਬਾਈਲ ਨੰਬਰ ਇੱਥੇ ਤੁਸੀਂ ਲਿਖ ਦੇਣਾ ਵਾ। ਅੱਗੇ ਹੈ ਦੋਸਤੋ ਆਪਣਾ ਕਿ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਤੇ ਟੁਕਵਾ ਸਿਰਲੇਖ ਦਿਓ। ਇਹਦੇ ਵਿੱਚ ਮਤਲਬ ਇਹ ਜਿਹੜਾ ਪੈਰਾ ਦਿੱਤਾ ਹੋਇਆ ਵਾ ਦੋਸਤੋ, ਇਸ ਨੂੰ ਤੁਸੀਂ ਪੜ੍ਹ ਕੇ ਇੱਕ ਤਾਂ ਸਿਰਲੇਖ ਲਿਖਣਾ ਵਾ। ਠੀਕ ਹੈ ਜੀ। ਤੇ ਫਿਰ ਉਹਦੀ ਸੰਖੇਪ ਰਚਨਾ ਵੀ ਦੇਣੀ ਆ। ਠੀਕ ਹੈ ਜੀ। ਤਾਂ ਦੇਖਦੇ ਹਾਂ ਦੋਸਤੋ, ਇਸ ਲਈ 2 ਮਿੰਟ ਸਕਰੀਨ ਨੂੰ ਰੋਕੋ। ਠੀਕ ਹੈ ਜੀ। ਇਹ ਅਗਰ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਇਹੀ ਆਊਗਾ, ਜੋ ਹੋ ਸਕਦਾ ਦੋਸਤੋ ਕੋਈ ਵੀ ਆ ਜਾਵੇ। ਤਾਂ ਇਹਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਹੁੰਦਾ ਹੈ, ਪੈੜੇ ਨੂੰ ਜਿਹੜਾ ਦਿੱਤਾ ਹੁੰਦਾ ਨਾ ਇਹਨੂੰ ਪੜ੍ਹ ਲਿਓ। ਇਹਦੀਆਂ 3-4 ਲਾਈਨਾਂ ਜਿਹੜੀਆਂ ਇੰਪੋਰਟੈਂਟ ਹੋਣਗੀਆਂ ਉਸ ਨੂੰ ਲਿਖ ਦਿਓ। ਤੇ ਜਦੋਂ ਤੁਸੀਂ ਇਸ ਨੂੰ ਪੜ੍ਹੋਗੇ ਨਾ ਤਾਂ ਤੁਹਾਨੂੰ ਇਹਦੀ ਮਤਲਬ ਇਹ ਜਿਹੜੀ ਹੈਗੀ ਇੱਕ ਵਰਡ ਨਾ ਬਾਰ-ਬਾਰ ਰਿਪੀਟ ਹੋ ਰਿਹਾ ਹੋਊਗਾ, ਉਹੀ ਉਹਦਾ ਸਿਰਲੇਖ ਹੁੰਦਾ ਵਾ। ਠੀਕ ਹੈ ਜੀ। ਤਾਂ ਇਹਦਾ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹਦਾ ਵੀ ਅਸੀਂ ਇਹ ਸੋਲਵ ਕੀਤਾ ਹੋਇਆ ਵਾ। ਠੀਕ ਹੈ ਜੀ। ਜਿਵੇਂ ਤੁਸੀਂ ਆਹ ਦੇਖ ਸਕਦੇ ਹੋ। ਹਾਂਜੀ, ਆਹੀ ਸੀਗਾ ਨਾ, ਲੰਡਨ ਬੜਾ ਜਿਹੜਾ ਹੈਗਾ ਭਾਰੀ ਸ਼ਹਿਰ ਹੈ। ਠੀਕ ਹੈ ਜੀ। ਆਹੀ ਆ। ਤਾਂ ਇਹਦਾ ਸਿਰਲੇਖ ਆ ਜਾਏਗਾ ਦੋਸਤੋ ਲੰਡਨ ਦੀ ਜ਼ਿੰਦਗੀ। ਤਾਂ ਸੰਖੇਪ ਰਚਨਾ ਕਿਸ ਤਰ੍ਹਾਂ ਦੀ ਬਣੇਗੀ ਕਿ ਵਿਸ਼ਾਲ ਲੰਡਨ ਵਿੱਚ ਦੋਸਤ ਤੋਂ ਬਗੈਰ ਤੁਸੀਂ ਇਕੱਲੇ ਤੇ ਉਦਾਸੀ ਮਹਿਸੂਸ ਕਰੋਗੇ ਕਿਉਂਕਿ ਅੰਗਰੇਜ਼ ਪੰਜਾਬੀਆਂ ਵਰਗੇ ਮਿਲਣਸਾਰ ਨਿੱਘੇ ਨਹੀਂ। ਠੀਕ ਹੈ ਜੀ। ਉੱਥੇ ਕਈ ਮਹੀਨੇ ਜਿਹੜੀ ਹੈਗੀ ਬਦਲਵਾਈ ਧੁੰਦ, ਬਰਫ਼ਬਾਰੀ ਤੇ ਠੰਡ ਕਾਰਨ ਹਰ ਪਾਸੇ ਜਿਹੜੀ ਹੈਗੀ ਆ ਚਟਿਆਈ ਫੈਲੀ ਦਿਸਦੀ ਹੈ। ਫਿਰ ਜਿਹੜਾ ਹੈਗਾ ਬਰਫ਼ ਪਿਘਲਣ ਦੇ ਕਾਰਨ ਚਿੱਕੜ ਵੀ ਹੋ ਜਾਂਦਾ ਹੈ। ਬਰਫ਼ ਦੂਰੋਂ ਹੀ ਚੰਗੀ ਲੱਗਦੀ ਹੈ। ਇਸ ਵਿਚਲੀ ਜ਼ਿੰਦਗੀ ਦਾ ਕੋਈ ਜਿਹੜਾ ਹੈਗਾ ਵਾ ਮਜ਼ਾ ਨਹੀਂ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਆਪਣਾ ਦੂਸਰਾ ਹੁਣ ਦੇਖ ਲਓ ਕੀ ਹੈ ਕਿ ਹਾਂਜੀ ਸ਼ਬਦ ਸਮੂਹ ਯਾਨੀ ਕਿ ਸ਼ਬਦਕੋਸ਼ ਤਰਤੀਬ ਅਨੁਸਾਰ ਲਾਉਣੇ ਹਨ। ਜਿਵੇਂ ਕਿ ਦੇਖੋ ਊੜਾ ਆੜਾ ਚੱਲਦਾ ਨਾ ਆਪਣਾ, ਊੜਾ ਆਉਂਦਾ, ਫਿਰ ਆੜਾ ਆਉਂਦਾ, ਫਿਰ ਈੜੀ ਆਉਂਦਾ। ਤਾਂ ਮਤਲਬ ਸੀਰੀਅਲ ਵਾਈਜ਼ ਜਿਹੜੇ ਵਰਡ ਇੱਥੇ ਦਿੱਤੇ ਹੋਏ ਹਨ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਦੇਖੋ ਆਹ ਦਰਬਾਰ ਦਿੱਤਾ ਹੋਇਆ ਵਾ, ਦਰਬਾਰ ਕਿੰਨੇ ਨੰਬਰ 'ਤੇ ਆਊਗਾ। ਠੀਕ ਹੈ ਜੀ। ਥਰਮਾਮੀਟਰ ਕਿੰਨੇ ਨੰਬਰ 'ਤੇ ਆਊਗਾ। ਊੜਾ ਆੜਾ ਦੇ ਹਿਸਾਬ ਨਾਲ ਤਰਤੀਬ ਅਨੁਸਾਰ ਸੀਰੀਅਲ ਵਾਈਜ਼। ਠੀਕ ਹੈ ਜੀ। ਇੱਕ ਲੜੀ ਅਨੁਸਾਰ। ਤਾਂ ਇਸ ਦਾ ਦੇਖ ਲੈਣਾ ਦੋਸਤੋ, ਇਹ ਵੀ ਅਸੀਂ ਲੱਭਿਆ ਹੋਇਆ ਹੈ। ਤਾਂ ਦੇਖੋ ਦੋਸਤੋ ਆਹ ਤੁਹਾਡਾ ਪ੍ਰਸ਼ਨ ਆ, ਦਰਬਾਰ, ਥਰਮਾਮੀਟਰ, ਤਰਸਣਾ, ਦਸਤਾਰ, ਤੀਰਥ, ਖਿਸਕ। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਦੋਸਤੋ ਖਿਸਕ ਆ ਜਾਏਗਾ ਪਹਿਲੇ ਨੰਬਰ 'ਤੇ। ਠੀਕ ਹੈ ਜੀ। ਫਿਰ ਦੋਸਤੋ ਤਰਸਣਾ ਦੂਸਰੇ ਨੰਬਰ 'ਤੇ ਆ ਜਾਏਗਾ ਅਤੇ ਤੀਰਥ ਹੈਗਾ ਜਿਹੜਾ ਦੋਸਤੋ ਤੀਸਰੇ ਨੰਬਰ 'ਤੇ। ਥਰਮਾਮੀਟਰ ਦੋਸਤੋ ਚੌਥੇ ਨੰਬਰ 'ਤੇ। ਠੀਕ ਹੈ ਜੀ। ਅਤੇ ਦਸਤਾਰ ਜਿਹੜਾ ਹੈਗਾ ਦੋਸਤੋ 5ਵੇਂ ਨੰਬਰ 'ਤੇ। ਅਤੇ ਦਰਬਾਰ ਆ ਜਾਏਗਾ ਦੋਸਤੋ ਆਪਣਾ 6ਵੇਂ ਨੰਬਰ 'ਤੇ। ਇਹ ਇਹਦੀ ਔਰਡਰ ਬਣ ਰਹੀ ਆ। ਠੀਕ ਹੈ ਜੀ। ਇਹ ਇਸ ਤਰ੍ਹਾਂ ਲਿਖਣਾ ਵਾ ਸੀਰੀਅਲ ਵਾਈਜ਼। ਠੀਕ ਹੈ ਜੀ। ਅਤੇ ਇਹ ਹੋ ਗਿਆ ਤੁਹਾਡਾ ਦਰਬਾਰ ਵਾਲਾ ਹੋ ਗਿਆ। ਹੁਣ ਹੈਗਾ ਦੋਸਤੋ ਬੰਸਾਵਾਲੀ ਦਾ, ਇਹਦਾ ਵੀ ਦੇਖ ਲੈਂਦੇ ਹਾਂ। ਇਹ ਵੀ ਅਸੀਂ ਲੱਭਿਆ ਹੋਇਆ ਆ ਰਿਹਾ ਦੋਸਤੋ ਬੰਸਾਵਲੀ। ਠੀਕ ਹੈ ਜੀ। ਤਾਂ ਇਹਦਾ ਇਹ ਪ੍ਰਸ਼ਨ ਦਿੱਤਾ ਹੋਇਆ ਵਾ ਉੱਪਰ। ਅਤੇ ਉਦੇਰਬਾ ਦੋਸਤੋ ਜਿਹੜਾ ਹੈਗਾ ਪਹਿਲੇ ਨੰਬਰ 'ਤੇ ਆ ਜਾਏਗਾ। ਠੀਕ ਹੈ। ਅਤੇ ਉਸ ਤੋਂ ਬਾਅਦ ਦੋਸਤੋ ਅੰਦਰ ਖਾਤੇ, ਆਹ ਦੇਖੋ ਅੰਦਰ ਖਾਤੇ ਦੂਸਰੇ 'ਤੇ ਆ ਜਾਏਗਾ ਇਹ ਵਾਲਾ। ਠੀਕ ਹੈ ਦੋਸਤੋ। ਅਤੇ ਇਸ਼ਨਾਨ, ਇਸ਼ਨਾਨ ਦੋਸਤੋ ਤੀਸਰੇ ਨੰਬਰ 'ਤੇ ਆ ਜਾਏਗਾ। ਅਤੇ ਆਪਣਾ ਸੱਜਰਾ ਆ ਜਾਏਗਾ ਚੌਥੇ 'ਤੇ। ਠੀਕ ਹੈ ਜੀ। ਅਤੇ ਖੜਵਾ ਆ ਜਾਏਗਾ ਦੋਸਤੋ 5ਵੇਂ 'ਤੇ। ਅਤੇ ਬੰਸਾਵਾਲੀ ਆ ਜਾਏਗਾ ਦੋਸਤੋ ਆਪਣਾ 6ਵੇਂ 'ਤੇ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਹੋ ਗਿਆ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਹੈਗਾ 6ਵਾਂ। ਤਾਂ ਇਹਦੇ ਵਿੱਚ ਦੋਸਤੋ ਕੀ ਹੈ ਕਿ ਕਿਸੇ 3 ਵਾਕਾਂ ਵਿੱਚ ਬ੍ਰੈਕਟ ਅਤੇ ਦਿੱਤੇ ਨਿਰਦੇਸ਼ ਅਨੁਸਾਰ ਜਿਹੜਾ ਹੈਗਾ ਵਾਕ ਵਟਾਂਦਰਾ ਕਰੋ। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਕੀ ਆਪਣਾ ਕਿ ਉਹ ਝਗੜਾਲੂ ਹੈ, ਤੁਹਾਨੂੰ ਉਸ ਨਾਲ ਵਪਾਰਿਕ ਭਾਈਵਾਲੀ ਨਹੀਂ ਕਰਨੀ ਚਾਹੀਦੀ ਹੈ। ਸਧਾਰਨ ਵਾਕ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਕਨਵਰਟ ਕਰਨਾ ਵਾ। ਤਾਂ ਦੇਖੋ ਦੋਸਤੋ ਹਾਂਜੀ ਕਿ ਉਹ ਝਗੜਾਲੂ ਹੈ, ਤੁਹਾਨੂੰ ਉਸ ਨਾਲ ਵਪਾਰਕ ਭਾਈਵਾਲੀ ਨਹੀਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਬਣੇਗਾ ਦੋਸਤੋ ਤੁਹਾਨੂੰ ਉਸ ਝਗੜਾਲੂ ਨਾਲ ਵਪਾਰਕ ਭਾਈਵਾਲੀ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਤਾਂ ਇਹ ਆਨਸਰ ਹੋ ਗਿਆ। ਅੱਗੇ ਦੋਸਤੋ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਜਿਹੜੀ ਹੈਗੀ ਸਫਲਤਾ ਮਿਲਦੀ ਹੈ। ਇਸ ਦਾ ਮਿਸ਼ਰਤ ਵਾਕ ਆਪਾਂ ਬਣਾਉਣਾ ਹੈ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਉਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਜਿਹੜੇ ਮਿਹਨਤ ਕਰਦੇ ਹਨ। ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਕਿ ਤੁਸੀਂ ਆਪਣਾ ਨਾਮ ਦੱਸੋ। ਇਸ ਨੂੰ ਪ੍ਰਸ਼ਨਵਾਚਕ ਦੇ ਵਿੱਚ ਕਨਵਰਟ ਕਰਨਾ ਵਾ। ਤਾਂ ਪ੍ਰਸ਼ਨਵਾਚਕ ਦੇ ਵਿੱਚ ਦੋਸਤੋ ਇਸ ਨੂੰ ਕਨਵਰਟ ਕਰਾਂਗੇ ਤਾਂ ਇਹ ਆਏਗਾ ਕਿ ਤੁਹਾਡਾ ਨਾਮ ਕੀ ਹੈ। ਠੀਕ ਹੈ ਜੀ। ਤੁਸੀਂ ਆਪਣਾ ਨਾਮ ਦੱਸੋ। ਇਹ ਪ੍ਰਸ਼ਨ ਹੋ ਗਿਆ ਤੁਹਾਡਾ।
ਇਸ ਦਾ ਉੱਤਰ ਬਣੇਗਾ ਦੋਸਤੋ ਤੁਹਾਡਾ ਨਾਮ ਕੀ ਹੈ, ਪ੍ਰਸ਼ਨਵਾਚਕ ਦੇ ਵਿੱਚ ਇਸ ਨੂੰ ਅਸੀਂ ਕਨਵਰਟ ਕਰ ਦਿੱਤਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈਗਾ ਆਪਣਾ ਕਿ ਸਿਰਫ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ, ਨਾਵਾਚਕ ਦੇ ਵਿੱਚ ਜਿਹੜਾ ਹੈਗਾ ਵਾ ਕਨਵਰਟ ਕਰਨਾ ਵਾ ਇਸ ਨੂੰ ਵੀ। ਤੇ ਦੇਖੋ ਦੋਸਤੋ ਮਾਂ ਤੋਂ ਇਲਾਵਾ ਬੱਚੇ ਨੂੰ ਕੋਈ ਨਹੀਂ ਪਾਲ ਸਕਦਾ, ਇਸ ਦਾ ਆਨਸਰ ਇਸ ਤਰ੍ਹਾਂ ਆ ਜਾਏਗਾ। ਅੱਗੇ ਹੈ ਦੋਸਤੋ ਕਿ ਖਾਣਾ ਪਰੋਸ ਦਿਓ, ਇਸ ਨੂੰ ਕਰਮਣੀ ਵਾਚਕ ਜਿਹੜਾ ਹੈਗਾ ਉਹਦੇ ਵਿੱਚ ਕਨਵਰਟ ਕਰਨਾ ਵਾ। ਠੀਕ ਹੈ, ਖਾਣਾ ਪਰੋਸ ਦਿਓ, ਤਾਂ ਦੇਖੋ ਇਸ ਦਾ ਆਏਗਾ ਖਾਣਾ ਪਰੋਸ ਦਿੱਤਾ ਜਾਵੇ। ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਅਖੌਤਾਂ ਨੇ। ਸਭ ਤੋਂ ਪਹਿਲੀ ਅਖੌਤ ਹੈਗੀ ਆਪਣੀ ਆਪਣੇ ਹੱਥੇ ਆਪੇ ਕਾਜ ਸਵਾਰੀਏ। ਠੀਕ ਹੈ ਜੀ। ਤਾਂ ਇਸ ਦਾ ਦੇਖ ਲਓ ਆਪਣੇ ਹੱਥੀਂ ਆਪਣੇ ਆਪੇ ਕਾਜ ਸਵਾਰੀਏ, ਇਸ ਅਖਾਣ ਦੀ ਵਰਤੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ ਦਰਸਾਉਣ ਲਈ ਕੀਤੀ ਜਾਂਦੀ ਹੈ। ਭਾਈ ਜਿਹੜਾ ਹੈਗਾ ਵਾ ਦੋਸਤੋ ਭਾਈ ਗੁਰਬਾਣੀ ਕਹਿੰਦੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਮ ਸਮੇਂ ਸਿਰ ਠੀਕ ਠਾਕ ਹੋ ਜਾਵੇ ਤਾਂ ਤੁਸੀਂ ਪਰਾਈ ਆਸ ਛੱਡ ਕੇ ਆਪੇ ਹੀ ਜਿਹੜਾ ਹੈਗਾ ਆਪਣਾ ਕੰਮ ਕਰਨ ਵਿੱਚ ਜੁਟ ਜਾਓ। ਅਗਲਾ ਹੈਗਾ ਦੋਸਤੋ ਆਪਣਾ ਇੱਕ ਅਨਾਰ 100 ਬਿਮਾਰ। ਠੀਕ ਹੈ ਜੀ। ਤਾਂ ਦੇਖ ਲਓ ਬਈ ਇੱਕ ਅਨਾਰ 100 ਬਿਮਾਰ, ਇਹਦਾ ਮਤਲਬ ਕਿ ਜਦੋਂ ਚੀਜ਼ ਥੋੜ੍ਹੀ ਜਿਹੀ ਹੋਵੇ ਪਰ ਲੋੜਵੰਦ ਬਹੁਤ ਹੋਣ। ਠੀਕ ਹੈ, ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। ਨਗਰ ਨਿਗਮ ਵੀ ਜਿਹੜਾ ਹੈਗਾ ਵਾ ਦੋਸਤੋ ਨਗਰ ਨਿਗਮ ਵੀ ਕਿਸ ਨੂੰ ਨੌਕਰੀ ਦੇਵੇ। ਪਿਛਲੇ ਹਫ਼ਤੇ 15 ਕਲਰਕ ਦੀ ਭਰਤੀ ਕਰਨ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਪਰ ਇਸ ਲਈ ਜਿਹੜਾ ਹੈਗਾ 10 ਅਰਜ਼ੀਆਂ ਆ ਗਈਆਂ। ਠੀਕ ਹੈ, ਤਾਂ ਸਿਫਾਰਿਸ਼ ਸਾਰੇ ਲਈ ਫਿਰਦੇ ਹਨ। ਠੀਕ ਹੈ ਜੀ। ਤਾਂ ਇੱਥੇ ਤਾਂ ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੈ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਹੈ ਕਿ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ। ਠੀਕ ਹੈ ਜੀ। ਤਾਂ ਇਸ ਦਾ ਆਏਗਾ ਦੋਸਤੋ ਦੇਖ ਲਓ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ, ਸਖਤ ਮਿਹਨਤ ਦਾ ਫਲ ਮਿਲਦਾ ਹੈ। ਜਿਹੜੇ ਵਿਦਿਆਰਥੀ ਰਾਤ ਜਗ ਕੇ ਦੋਸਤੋ ਸਖਤ ਮਿਹਨਤ ਕਰਦੇ ਹਨ ਉਹ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਕੇ ਜ਼ਿੰਦਗੀ ਵਿੱਚ ਉੱਚੇ ਅਹੁਦਿਆਂ 'ਤੇ ਪਹੁੰਚਦੇ ਤੇ ਸੁੱਖ ਮੰਨਦੇ ਹਨ। ਸਿਆਣਿਆਂ ਨੇ ਕਿਹਾ ਕਿ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ। ਠੀਕ ਹੈ, ਇਹ ਤੁਹਾਡੇ 'ਤੇ ਵੀ ਅਪਲਾਈ ਹੁੰਦਾ। ਅਗਰ ਤੁਸੀਂ ਵਧੀਆ ਪੜ੍ਹੋਗੇ ਤਾਂ ਵਧੀਆ ਪੋਜੀਸ਼ਨ ਤੁਹਾਨੂੰ ਮਤਲਬ ਮਿਲੇਗੀ। ਠੀਕ ਹੈ, ਪੇਪਰਾਂ ਤੋਂ ਬਾਅਦ ਤੁਹਾਨੂੰ ਵਧੀਆ ਲੱਗੇਗਾ ਹਾਂ ਵੀ ਤੁਹਾਡੇ ਨੰਬਰ ਵਧੀਆ ਆਏ ਅਤੇ ਅੱਗੇ ਦੋਸਤੋ ਤੁਹਾਡੇ ਕਰੀਅਰ ਵੀ ਵਧੀਆ ਬਣੇਗਾ। ਅੱਗੇ ਦੋਸਤੋ ਆਪਣਾ ਹੱਥਾਂ ਬਾਝ ਕਰਾਰੀਆਂ ਵੈਰੀ ਮਿੱਤ ਨਾ ਹੋਏ। ਠੀਕ ਹੈ ਜੀ। ਤਾਂ ਇਸ ਦਾ ਵੀ ਦੇਖ ਲਓ ਦੋਸਤੋ ਹੱਥਾਂ ਬਾਝ ਕਰਾਰੀਆਂ ਵੈਰੀ ਮਿੱਤ ਨਾ ਹੋਏ, ਇਸ ਦਾ ਮਤਲਬ ਕਿ ਦੁਸ਼ਮਣੀ ਸ਼ਕਤੀ ਨਾਲ ਹੀ ਕਾਬੂ ਆਉਂਦੇ ਹਨ ਦੁਸ਼ਮਣ। ਠੀਕ ਹੈ ਜੀ। ਤਾਂ ਜਿਨ੍ਹਾਂ ਚਿਰ ਭਾਰਤ ਨੇ ਸ਼ਾਂਤੀ ਤੇ ਅਹਿੰਸਾ ਦੀ ਨੀਤੀ ਉੱਪਰ ਤੁਰਨਾ ਜਾਰੀ ਰੱਖਿਆ ਤਾਂ ਚੀਨ ਵੀ ਉਸਦੀ ਜਿਹੜੀ ਹੈਗੀ ਸਰਹੱਦ 'ਤੇ ਫੌਜਾਂ ਚੜਾ ਲਿਆਇਆ ਅਤੇ ਪਾਕਿਸਤਾਨ ਵੀ। ਪਰ ਜਦੋਂ ਅੱਗੋਂ ਭਾਰਤੀ ਫੌਜਾਂ ਨੇ ਕਰਾਰੇ ਹੱਥ ਦਿਖਾਏ ਤਾਂ ਉਹ ਮਿੱਤਰਤਾ ਦੀਆਂ ਗੱਲਾਂ ਕਰਨ ਲੱਗੇ। ਸਿਆਣਿਆਂ ਨੇ ਸੱਚ ਕਿਹਾ ਹੈ ਕਿ ਹੱਥਾਂ ਬਾਝ ਕਰਾਰੀਆਂ ਵੈਰੀ ਮਿੱਤ ਨਾ ਹੋਣ। ਅੱਗੇ ਹੈ ਦੋਸਤੋ ਠੁੱਠਾ ਫੁੱਟ ਕੇ ਛੰਨਾ ਮਿਲਿਆ। ਠੀਕ ਹੈ ਜੀ। ਦੇਖ ਸਕਦੇ ਹੋ ਦੋਸਤੋ ਜਿਹੜਾ ਹੈਗਾ ਇਸ ਦਾ ਮਤਲਬ ਆਏਗਾ ਕਿ ਮਾੜੀ ਚੀਜ਼ ਦੇ ਹੱਥੋਂ ਨਿਕਲ ਜਾਣੀ ਤੇ ਚੰਗੀ ਚੀਜ਼ ਦਾ ਮਿਲਣਾ। ਜ਼ਿੰਦਗੀ ਵਿੱਚ ਕਦੇ ਕੋਈ ਮਾੜੀ ਗੱਲ ਨਹੀਂ ਹੁੰਦੀ। ਠੀਕ ਹੈ ਜੀ। ਜ਼ਿੰਦਗੀ ਵਿੱਚ ਕਦੇ ਕੋਈ ਮਾੜੀ ਗੱਲ ਨਹੀਂ ਹੁੰਦੀ। ਉਸ ਦੀ ਰੇਹੜੀ ਸਮਾਨ ਸਮੇਤ ਕਾਰਪੋਰੇਸ਼ਨ ਵਾਲਿਆਂ ਨੇ ਜਿਹੜੀ ਹੈਗੀ ਜ਼ਬਤ ਕਰ ਲਈ। ਕੁਝ ਚਿਰ ਉਹ ਬੜਾ ਨਿਰਾਸ਼ ਰਿਹਾ। ਹਾਰ ਕੇ ਉਸਨੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹੀ। ਉੱਥੇ ਉਸਦਾ ਕੰਮ ਅਜਿਹਾ ਚੱਲਿਆ ਕਿ ਉਹ ਹੌਲੀ ਹੌਲੀ ਵੱਡਾ ਵਪਾਰੀ ਬਣ ਗਿਆ। ਉਸ ਨਾਲ ਤਾਂ ਉਹੀ ਗੱਲ ਹੋ ਗਈ ਕਿ ਜਿਹੜਾ ਹੈਗਾ ਵਾ ਆਖੇ ਠੁੱਟਾ ਫੁੱਟ ਕੇ ਛੰਨਾ ਮਿਲਿਆ। ਠੀਕ ਹੈ ਜੀ। ਅੱਗੇ ਦੋਸਤੋ ਬਿੱਲੀ ਦੇ ਸਾਹਮਣੇ ਜਿਹੜਾ ਹੈਗਾ ਦੁੱਧ ਨਹੀਂ ਜੰਮਦਾ। ਤਾਂ ਇਸ ਦਾ ਆਨਸਰ ਦੇਖ ਲਓ ਕੀ ਹੈ। ਬਿੱਲੀ ਦੇ ਸਾਹਮਣੇ ਦੁੱਧ ਨਹੀਂ ਜੰਮਦਾ। ਤਾਂ ਦੇਖੋ ਖਾਣ ਵਾਲੀਆਂ ਦੇ ਸਾਹਮਣੇ ਚੀਜ਼ ਨਹੀਂ ਬਚਦੀ, ਯਾਨੀ ਕਿ ਸਰਕਾਰ ਦਾ ਕੰਮ ਹੈ ਕਿ ਦੇਸ਼ ਵਿੱਚ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਧਨ ਨੂੰ ਲੋਕ ਭਲਾਈ ਦੇ ਕੰਮਾਂ 'ਤੇ ਖਰਚਾ ਕਰ ਸਕੇ। ਪਰ ਜਿਹੜਾ ਹੈਗਾ ਸਰਕਾਰੀ ਅਫਸਰ ਤੇ ਵਜ਼ੀਰ ਭ੍ਰਿਸ਼ਟ ਹੋਣ ਕਰਕੇ ਧਨ ਨੂੰ ਵਿੰਗੇ ਟੇਢੇ ਢੰਗ ਨਾਲ ਆਪਣੇ ਹੀ ਪੇਟੇ ਪਾਈ ਜਾਂਦੇ ਹਨ। ਲੋਕ ਭਲਾਈ ਦਾ ਤਾਂ ਕੋਈ ਕੰਮ ਨਹੀਂ ਹੁੰਦਾ। ਸਿਆਣੇ ਸੱਚ ਕਹਿੰਦੇ ਹਨ ਬਿੱਲੀ ਸਾਹਮਣੇ ਦੁੱਧ ਨਹੀਂ ਜੰਮਦਾ। ਠੀਕ ਹੈ ਜੀ। ਅੱਗੇ ਦੋਸਤੋ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਜਿਹੜਾ ਹੈਗਾ ਵਾ ਦੋਹੀਂ ਪਾਸੇ ਦੰਦੇ। ਠੀਕ ਹੈ ਜੀ। ਤਾਂ ਇਸ ਦਾ ਵੀ ਦੇਖ ਲਓ ਦੋਸਤੋ ਆ ਰਿਹਾ ਕਿ ਬਈ ਆਰੀ ਨੂੰ ਇੱਕ ਪਾਸੇ ਅਤੇ ਜਿਹੜਾ ਹੈਗਾ ਜਹਾਨ ਨੂੰ ਦੋਹੇ ਪਾਸੇ। ਤਾਂ ਦੇਖੋ ਦੁਨੀਆ ਕਿਸੇ ਦਾ ਜਿਹੜਾ ਹੈਗਾ ਜਰਾ ਲਿਹਾਜ਼ ਨਹੀਂ ਕਰਦੀ। ਭਰਾ ਜੀ ਤੁਸੀਂ ਚਾਹੇ ਚੰਗਾ ਕਰੋ ਜਾਂ ਮਾੜਾ, ਤੁਹਾਨੂੰ ਨਿੰਦਿਆ ਕਰਨ ਵਾਲੇ ਤਾਂ ਮਿਲ ਹੀ ਜਾਣਗੇ। ਸਿਆਣੇ ਕਹਿੰਦੇ ਹਨ ਆਰੇ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੇ ਪਾਸੇ ਦੰਦੇ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਕਵਿਤਾ ਦਾ ਕੇਂਦਰੀ ਭਾਵ ਦਾ ਦੇਖੋ ਵਗਦੇ ਪਾਣੀ ਦੋਸਤਾ ਮੇਰਾ ਬਚਪਨ। ਠੀਕ ਹੈ ਜੀ। ਕੋਈ ਇੱਕ ਕਰਨੀ ਹੋਊਗੀ, ਆਪਾਂ ਤਿੰਨੋਂ ਹੀ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਹੈਗਾ ਦੋਸਤੋ ਵਗਦੇ ਪਾਣੀ ਕਵਿਤਾ ਦਾ ਕੇਂਦਰੀ ਭਾਵ। ਤਾਂ ਦੇਖੋ ਦੋਸਤੋ ਵਗਦੇ ਪਾਣੀ ਕਵਿਤਾ ਜਿਹੜੀ ਹੈਗੀ ਹੈ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਕਿ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੇ ਚੱਲਣ ਦੇ ਰਹਿਣ ਵਿੱਚ ਹੀ ਇਸ ਦੀ ਜਿਹੜੀ ਹੈਗੀ ਤਾਜ਼ਗੀ ਅਤੇ ਵਿਕਾਸ ਹੈ। ਮਨੁੱਖੀ ਜ਼ਰੀਆ ਦੀਆਂ ਏਕਤਾ ਉਹਨਾਂ ਦੇ ਜਿਉਂਦੇ ਰੱਖਦੀਆਂ ਹਨ ਅਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਹਨ। ਠੀਕ ਹੈ ਜੀ। ਅਤੇ ਅਗਲਾ ਹੈਗਾ ਦੋਸਤੋ ਆਪਣਾ ਦੋਸਤਾ। ਤਾਂ ਦੋਸਤਾ ਦਾ ਵੀ ਦੇਖ ਲੈਂਦੇ ਹਾਂ। ਆਹ ਰਿਹਾ ਦੋਸਤੋ ਦੋਸਤਾ ਕਵਿਤਾ ਦਾ ਕੇਂਦਰੀ ਭਾਵ ਦੇਖੋ ਮਨੁੱਖੀ ਕਿਰਤ ਦੀਆਂ ਅਥਾਹ ਸਿਰਜਨਾਤਮਕ ਸ਼ਕਤੀਆਂ ਦਾ ਮਾਲਿਕ ਹੈ ਅਤੇ ਉਹ ਦੋਸਤੋ ਹੋਰ ਅੱਗੇ ਵੱਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਹੈ। ਇਸ ਲਈ ਉਸਨੂੰ ਹੋਰ ਉਤਸ਼ਾਹ ਅਤੇ ਜ਼ੋਰ ਨਾਲ ਜਿਹੜਾ ਹੈਗਾ ਅੱਗੇ
ਵੱਧਦੇ ਜਾਣਾ ਚਾਹੀਦਾ ਹੈ। ਉਸ ਨਾਲ ਭਵਿੱਖ ਉਸ ਲਈ ਜਿਹੜਾ ਹੈਗਾ ਵਾ ਜਗਮਗਾ ਰਿਹਾ ਹੈ। ਉਸ ਨੂੰ ਅੱਗੇ ਵੱਧ ਕੇ ਉਸਦਾ ਜਿਹੜਾ ਹੈਗਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹੈ। ਅੱਗੇ ਹੈ ਦੋਸਤੋ ਮੇਰਾ ਬਚਪਨ, ਜੋ ਕਿ ਹਰਭਜਨ ਸਿੰਘ ਦੀ ਰਚਨਾ ਹੈ। ਤਾਂ ਦੇਖ ਲੈਂਦੇ ਹਾਂ ਦੋਸਤੋ ਮੇਰਾ ਬਚਪਨ। ਤਾਂ ਆ ਰਿਹਾ ਦੋਸਤੋ ਇਹਦਾ ਕੇਂਦਰੀ ਭਾਵ ਮੇਰਾ ਬਚਪਨ ਦਾ ਪਿਤਾਹੀਨ ਬੱਚਾ ਦੋਸਤੋ ਹੋਰਨਾਂ ਸਧਾਰਨ ਬੱਚਿਆਂ ਵਾਂਗ ਜਿਹੜਾ ਹੈਗਾ ਆਪਣਾ ਬਚਪਨ ਨਹੀਂ ਭੋਗ ਸਕਦਾ। ਉਸ ਦੀ ਜਿਹੜੀ ਹੈਗੀ ਸ਼ਰਮ ਹਯਾ ਵਿੱਚ ਡੁੱਬੀ ਮਾਂ ਉਸਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ। ਅਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸਦੀ ਮਾਸੂਮੀਅਤ ਉਸ ਪਾਸੋਂ ਜਿਹੜੀ ਹੈਗੀ ਆ ਖੁੱਸ ਗਈ ਹੈ। ਅੱਗੇ ਹੈ ਦੋਸਤੋ ਆਪਣਾ ਕਿ ਕਿਸੇ ਇੱਕ ਕਹਾਣੀ ਦਾ ਸਾਰ ਲਿਖੋ। ਸਾਂਝ ਤੇ ਮਾੜਾ ਬੰਦਾ। ਸਾਂਝ ਜਿਹੜੀ ਹੈਗੀ ਉਹ ਸੁਜਾਨ ਸਿੰਘ ਦੀ ਰਚਨਾ ਹੈ। ਮਾੜਾ ਬੰਦਾ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ। ਤਾਂ ਦੋਸਤੋ ਚਲੋ ਆਪਾਂ ਦੋਨੋਂ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਦੋਸਤੋ ਸਾਂਝ। ਤਾਂ ਦੇਖੋ ਸਾਂਝ ਕਹਾਣੀ ਦਾ ਸਾਰ। ਤਾਂ ਸਾਂਝ ਕਹਾਣੀ ਪੰਜਾਬੀ ਦੇ ਜਿਹੜੇ ਹੈਗੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਜਿਹੜੀ ਹੈਗੀ ਇਹ ਰਚਨਾ ਹੈ। ਠੀਕ ਹੈ ਜੀ। ਅਤੇ ਇਸ ਵਿੱਚ ਜਿਹੜਾ ਹੈਗਾ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਹਮਦਰਦੀ ਦੇ ਭਾਵ ਇੱਕ ਦੂਜੇ ਵਿੱਚ ਜਿਹੜਾ ਹੈਗਾ ਸਾਂਝ ਅਸੀਂ ਪੈਦਾ ਕਰ ਦਿੰਦੇ ਹਾਂ। ਅਸੀਂ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ M.L. ਮਲਹੋਤਰਾ ਨੂੰ ਕੁਝ ਸੋਚਦਿਆਂ ਕਲਾਸ ਵਿੱਚੋਂ ਨਿਕਲਿਆ ਅਤੇ ਪੱਕੀ ਸੜਕ 'ਤੇ ਕੁਝ ਰਸਤਾ ਕੱਚਾ ਅਤੇ ਰੋੜਿਆ ਭਰਿਆ ਅਤੇ ਉੱਚਾ ਨੀਵਾਂ ਹੋਣ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਕਾਫੀ ਜ਼ੋਰ ਲਾਉਣਾ ਪਿਆ ਅਤੇ ਅੰਤ ਉਹ ਪੱਕੀ ਸੜਕ ਉੱਤੇ ਜਾ ਚੜ੍ਹਿਆ। ਚੜ੍ਹਦੇ ਜੇਠ ਦੀ ਦੁਪਹਿਰ ਭਾਵੇਂ ਬੀਤ ਚੁੱਕੀ ਸੀ ਪਰ ਗਰਮੀ ਆਪਣਾ ਜੋਬਨ ਦਿਖਾ ਰਹੀ ਸੀ। ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਜਿਹੜਾ ਹੈਗਾ ਵਾ ਧਰੇਕ ਹੇਠ ਕੁਝ ਸਵਾਰੀਆਂ ਬੱਸ ਉਡੀਕ ਰਹੀਆਂ ਸਨ ਅਤੇ ਕੁਝ ਸੜਕ ਉੱਤੇ ਦੋਸਤੋ ਬਣੇ ਬੱਸ ਸਟੈਂਡ ਵਿੱਚ ਖੜ੍ਹੀਆਂ ਸਨ। ਅੱਗੇ ਸੜਕ ਦਾ ਢਲਾਨ ਵਾਲੀ ਸੀ ਜਿਸ ਨੂੰ ਤੇਜ਼ੀ ਨਾਲ ਜਿਹੜਾ ਹੈਗਾ ਪਾਰ ਕਰਨ ਮਗਰੋਂ ਪੱਧਰੀ ਸੜਕ ਉੱਤੇ ਜਿਹੜਾ ਹੈਗਾ ਜਾਂਦਿਆਂ ਪ੍ਰੋਫੈਸਰ ਨੇ ਰੇਲਵੇ ਦਾ ਫਾਟਕ ਪਾਰ ਕੀਤਾ ਅਤੇ ਅੱਗੇ ਚੱਲ ਪਿਆ। ਗਰਮੀ ਕਾਰਨ ਸੜਕ ਦੀ ਜਿਹੜੀ ਹੈਗੀ ਲੁੱਕ ਪਿਘਲੀ ਹੋਈ ਸੀ। ਪ੍ਰੋਫੈਸਰ ਪਸੀਨੋ ਪਸੀਨਾ ਜਿਹੜਾ ਹੈਗਾ ਹੋ ਚੁੱਕਾ ਸੀ। ਇਹਨੇ ਨੂੰ ਲਾਲ ਚਿਹਰੇ ਵਾਲਾ ਨੌਜਵਾਨ ਖੜ ਕਰਦੇ ਸਾਈਕਲ ਉੱਤੇ ਉਸਦੇ ਕੋਲੋਂ ਜਿਹੜਾ ਹੈਗਾ ਵਾ ਲੰਘਿਆ। ਪ੍ਰੋਫੈਸਰ ਸੋਚ ਰਿਹਾ ਸੀਗਾ ਕਿ ਪਤਾ ਨਹੀਂ ਉਹ ਕਿਸਾਨ ਨੁਮਾ ਸਾਈਕਲ ਸਵਾਰ ਨੂੰ ਕਿੰਨੀ ਭਾਜੜ ਪਈ ਹੋਈ ਹੈ। ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਸਾਈਕਲ ਤੇਜ਼ ਕਰਕੇ ਉਸ ਤੋਂ ਅੱਗੇ ਲੰਘ ਜਾਵੇ, ਪਰ ਪਿੱਛੋਂ ਉਸਨੂੰ ਇਹ ਖਿਆਲ ਉਸਨੇ ਇਹ ਛੱਡ ਦਿੱਤਾ। ਉਸਨੂੰ ਇੱਕ ਭਾਰਤੀ ਲੀਡਰ ਦਾ ਇਹ ਕਥਨ ਯਾਦ ਆ ਗਿਆ ਕਿ ਅੱਜ ਜਦੋਂ ਦੂਜੇ ਦੇਸ਼ਾਂ ਵਿੱਚ ਜਿਹੜਾ ਹੈਗਾ ਆਪਣਾ ਸਪੂਤਨਿਕਾਂ ਅਤੇ ਹਵਾਈ ਜਹਾਜ਼ ਅਤੇ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਅਜੇ ਸਾਈਕਲ ਦਾ ਯੁੱਗ ਤੱਕ ਹੀ ਜਿਹੜਾ ਹੈਗਾ ਪਹੁੰਚਿਆ ਹੈ। ਲੇਖਕ ਨੂੰ ਜਾਪਿਆ ਕਿ ਭਾਰਤ ਅਤੇ ਸਾਈਕਲ ਯੁੱਗ ਵਿੱਚ ਪਹੁੰਚਿਆ ਹੀ ਨਹੀਂ ਹੈ ਕਿਉਂਕਿ ਸਾਈਕਲ ਵੀ ਇੱਥੇ ਕੁਝ ਲੋਕਾਂ ਕੋਲ ਹੀ ਹਨ। ਇਸ ਕਰਕੇ ਉਸਨੇ ਇਹ ਕਹਿਣਾ ਗਲਤ ਜਾਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ। ਇਸ ਤੋਂ ਉਸਨੂੰ ਆਪਣੀ ਜਿਹੜੀ ਹੈ ਗਰੀਬੀ ਦਾ ਵੀ ਅਹਿਸਾਸ ਹੋਇਆ ਜੋ ਕਿ ਉਸਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ। ਠੀਕ ਹੈ ਜੀ। ਅਤੇ ਅੱਗੇ ਹੈ ਦੋਸਤੋ ਇੰਨੇ ਨੂੰ ਇੱਕ ਜਿਹੜਾ ਹੈਗਾ ਵਾ ਅਤੇ ਇੱਥੇ ਹੈਗਾ ਦੋਸਤੋ ਆਪਣਾ ਅਤੇ ਇੱਥੇ ਸੀਗੇ ਆਪਾਂ ਕਿੱਥੇ ਸਾਈਕਲ ਸਵਾਰ ਨੂੰ ਕੁਝ ਕਿਹਾ ਸੀ। ਇੱਥੇ ਸੀਗੇ ਆਪਾਂ ਉੱਪਰ। ਇੱਥੇ ਤੱਕ ਆਪਣਾ ਹੋ ਚੁੱਕਿਆ ਸੀਗਾ ਕਿ ਹਾਂ ਬਈ ਉਸਦੀ ਜਿਹੜੀ ਹੈਗੀ ਆ ਗਰੀਬੀ ਜਿਹੜੀ ਸੀਗੀ ਉਸਦੀ ਚਿੱਟੇ ਕੱਪੜਿਆਂ ਵਿੱਚ ਜਿਹੜੀ ਉਸਦੀ ਲੁਕੀ ਹੋਈ ਸੀਗੀ। ਇੰਨੇ ਨੂੰ ਦੋਸਤੋ ਇੱਕ ਬੱਸ ਧੂੜ ਉਡਾਉਂਦੀ ਹੋਈ ਉਸ ਕੋਲੋਂ ਲੰਘੀ ਅਤੇ ਉਸ ਨੂੰ ਜਿਹੜਾ ਹੈਗਾ ਆਪਣੇ ਦੋਸਤੋ ਮੂਹਰੇ ਇੱਕ ਤੀਵੀਂ ਤੁਰੀ ਜਾਂਦੀ ਦਿਸੀ। ਪ੍ਰੋਫੈਸਰ ਨੂੰ ਜਾਪਿਆ ਕਿ ਉਸ ਤੀਵੀਂ ਨੇ ਕਿਸਾਨ ਸਾਈਕਲ ਸਵਾਰ ਨੂੰ ਕੁਝ ਕਿਹਾ ਸੀ, ਪਰ ਉਸਨੇ ਉਸ ਵੱਲ ਦੇਖਣ ਮਗਰੋਂ ਸਾਈਕਲ ਅੱਗੇ ਲੰਘਾ ਲਿਆ। ਜਦੋਂ ਪ੍ਰੋਫੈਸਰ ਉਸ ਤੀਵੀਂ ਕੋਲ ਪੁੱਜਾ ਤਾਂ ਉਸਨੇ ਆਪਣੇ ਨਾਲ ਜਿਹੜਾ ਹੈਗਾ ਲਿਜਾਣ ਦੀ ਬੇਨਤੀ ਕੀਤੀ, ਪਰ ਉਹ ਦੋਸਤੋ ਉਸ ਵੱਲ ਇੱਕ ਨਜ਼ਰ ਦੇਖ ਕੇ ਅੱਗੇ ਲੰਘ ਗਿਆ। ਅੱਧਾ ਦੋਸਤੋ ਜਿਹੜਾ ਹੈਗਾ ਫਰਲਾਂਗ ਉੱਤੇ ਜਾ ਕੇ ਉਸਨੂੰ ਸਾਈਕਲ ਰੁਕ ਗਿਆ। ਉਸ ਨੂੰ ਲਾਲ ਚਿਹਰੇ ਵਾਲੇ ਸਾਈਕਲ ਸਵਾਰ ਪੱਥਰ ਦਿਲ ਦਾ ਜਾਪਿਆ। ਉਸਨੇ ਆਪਣੇ ਆਪ ਨੂੰ ਵੀ ਚੰਗਾ ਨਾ ਲੱਗਾ ਜਿਹੜਾ ਇੱਕ ਮੁਹਤਾਜ ਦੀ ਮਦਦ ਕਰਨ ਦੀ ਥਾਂ ਅੱਗੇ ਲੰਘ ਆਇਆ ਸੀ। ਠੀਕ ਹੈ। ਫਿਰ ਅੱਗੇ ਦੋਸਤੋ ਉਹ ਮੁੜ ਕੇ ਮਾਈ ਕੋਲ ਗਿਆ, ਯਾਨੀ ਕਿ ਜਿਹੜੀ ਤੀਵੀਂ ਨੂੰ ਉਹਨੇ ਪਿੱਛੇ ਛੱਡਤਾ ਸੀ ਹਾਂ ਵੀ ਕੀ ਮਦਦ ਚਾਹੀਦੀ ਆ, ਤਾਂ ਫਿਰ ਦੁਬਾਰਾ ਉਹ ਮੁੜ ਕੇ ਗਿਆ ਅਤੇ ਪੁੱਛਣ 'ਤੇ ਪਤਾ ਲੱਗਾ ਕਿ ਮਾਈ ਨੇ ਬਾਗਾਂ ਵਾਲੇ ਕੋਲ ਜਿਹੜਾ ਹੈਗਾ ਸਹੇੜੇ ਜਾਣਾ ਹੈ। ਠੀਕ ਹੈ ਜੀ। ਸਹੇੜੇ ਉਹਨੇ ਜਾਣਾ ਸੀਗਾ। ਪ੍ਰੋਫੈਸਰ ਨੇ ਸਮਝਿਆ ਸੀ ਕਿ ਮਾਈ ਨੇ ਉਸ ਸ਼ਹਿਰ ਜਾਣਾ ਹੈ ਜਿਹੜਾ ਉੱਥੇ ਜਿਹੜਾ ਹੈਗਾ ਵਾ ਦੋਸਤੋ ਮੀਲ ਕੂਹ ਦੀ ਵਿੱਥ 'ਤੇ ਸੀ, ਪਰੰਤੂ ਜਿਹੜਾ ਹੈਗਾ ਬਾਗਾ ਵਾਲਾ ਤਾਂ ਉੱਥੋਂ 9 ਮੀਲ ਸੀ। ਮਾਈ ਨੇ ਬਹੁਤ ਜਿਹੜਾ ਹੈਗਾ ਬੁੱਢੀ ਅਤੇ ਕਮਜ਼ੋਰ ਸੀ। ਉਸ ਨੂੰ ਜਿਹੜਾ ਹੈਗਾ ਵਾ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਉਹ ਨੰਗੇ ਪੈਰੀ ਪਤਾ ਨਹੀਂ ਉਸ ਸਰਦੀ ਧੂੜ ਵਿੱਚ ਕਿਵੇਂ ਖੜੀ ਸੀ। ਉਸ ਨੂੰ ਜਿਹੜਾ ਹੈਗਾ ਵਾ ਸੁੱਥਣ ਗੰਦੀ ਅਤੇ ਉਸ ਨੂੰ ਜਿਹੜਾ ਹੈਗਾ 100 ਟਾਕੀਆਂ ਲੱਗੀਆਂ ਹੋਈਆਂ ਸਨ। ਉਸ ਦਾ ਜਿਹੜਾ ਹੈਗਾ ਕੁੜਤਾ ਵੀ ਮੈਲਾਂ ਨਾਲ ਭਰਿਆ ਹੋਇਆ ਸੀਗਾ। ਉਸਦੇ ਸਰੀਰ 'ਤੇ ਉੱਤੇ ਜਿਹੜੇ ਹੈਗੇ ਆ ਤੰਦੋ ਤੰਦ ਹੋਈ ਚੁੰਨੀ ਸੀ। ਉਸ ਦੇ ਸਰੀਰ ਉੱਤੇ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਦਿਲ ਜਿਹੜਾ ਹੈਗਾ ਵਾ ਮਿਚਕ ਗਿਆ। ਪ੍ਰੋਫੈਸਰ ਨੇ ਉਸ ਨੂੰ ਕਿਹਾ ਕਿ ਉਸ ਨੇ ਤਾਂ ਸਿਰਫ ਅਗਲੇ ਸ਼ਹਿਰ ਜਾਣਾ ਹੈ ਜੋ ਕਿ ਇੱਥੇ ਕੇਵਲ 1 ਮੀਲ 'ਤੇ ਹੈ। ਠੀਕ ਹੈ। ਉਸਨੇ ਸੋਚਿਆ ਸੀਗਾ ਕਿ ਉਹ ਆਪੇ ਨਾ ਕਰ ਦੇਵੇਗੀ, ਪਰ ਉਹ ਬੋਲੀ ਕਿ ਉਹ ਉਸ ਨੂੰ ਉੱਥੇ ਤੱਕ ਹੀ ਲੈ ਚੱਲੇ। ਪ੍ਰੋਫੈਸਰ ਨੇ ਫਿਰ ਕੀ ਕੀਤਾ, ਪ੍ਰੋਫੈਸਰ ਨੇ ਆਪਣੇ ਆਪ ਨੂੰ ਫਸਿਆ ਅਨੁਭਵ ਕੀਤਾ। ਬੁੱਢੀ ਆਪੇ ਸਾਈਕਲ ਉੱਤੇ ਚੜ੍ਹ ਵੀ ਨਹੀਂ ਸੀ ਸਕ ਰਹੀ। ਠੀਕ ਹੈ। ਅਤੇ ਫਿਰ ਜਿਹੜਾ ਹੈਗਾ ਪ੍ਰੋਫੈਸਰ ਨੇ ਕਚੀਚੀ ਵੱਢ ਕੇ ਉਸਦੇ ਜਿਹੜਾ ਹੈਗਾ ਗੰਦੇ ਦੇ ਪਾਟੇ ਹੋਏ
ਖੇਸ ਵਾਲਾ ਗੰਦਾ ਥੈਲਾ ਸਾਈਕਲ ਦੇ ਮੂਹਰੇ ਟੰਗਿਆ, ਉਸ ਨੂੰ ਆਪਣੀ ਬਾਂਹ ਦਾ ਸਹਾਰਾ ਦੇ ਕੇ ਕੈਰੀਅਰ ਤੇ ਬਿਠਾਇਆ। ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਕੋਈ ਅੰਗ ਸਾਕ ਨਹੀਂ ਹੈ, ਉਸ ਪਿੰਡ ਵਿੱਚ ਇੱਕ ਝੁੱਗੀ ਹੈ, ਸਿਵਾਏ ਉਸ ਦਾ ਇੱਕ ਕੁਝ ਵੀ ਨਹੀਂ ਹੈ। ਤੇ ਉਹ ਜਿਹੜਾ ਹੈਗਾ ਜੇਠ ਦੇ ਸੰਗਰਾਂਦ ਉੱਤੇ 13-14 ਮੀਲ ਜਿਹੜੀ ਹੈਗੀ ਤੁਰ ਕੇ ਗੁਰਦੁਆਰੇ ਆਈ ਸੀ। ਜੇਕਰ ਉਸ ਨੂੰ ਆਂਢ ਗੁਆਂਢ ਦੇ ਦਿੰਦੇ ਤਾਂ ਉਹ ਦੋਸਤੋ ਜਿਹੜੀ ਕਿ ਖਾ ਲੈਂਦੀ ਸੀ, ਪਰ ਮੰਗਦੀ ਨਹੀਂ ਸੀ। ਪ੍ਰੋਫੈਸਰ ਆਪਣੇ ਘਰ ਦੀ ਗਰੀਬੀ ਕਾਰਨ ਜਿਹੜਾ ਹੈਗਾ ਉਸ ਨੂੰ ਆਪਣੇ ਘਰ ਲਿਜਾਣ ਜੋਗਾ ਵੀ ਨਹੀਂ ਸੀ। ਉਹ ਉਸ ਨੂੰ ਕਿਰਾਇਆ ਦੇ ਕੇ ਬੱਸ ਬਿਠਾਉਣ ਜੋਗਾ ਵੀ ਨਹੀਂ ਸੀਗਾ, ਕਿਉਂਕਿ ਅੰਗਰੇਜ਼ੀ ਮਹੀਨਾ ਆਪਣੇ ਅੰਤ ਵਾਲਾ ਵੱਧ ਰਿਹਾ ਸੀਗਾ। ਠੀਕ ਹੈ ਜੀ। ਉਸ ਦੀ ਜੇਬ ਵਿੱਚ ਮਸਾਂ 30 ਪੈਸੇ ਸਨ, ਜੋ ਕਿ ਕਿਰਾਏ ਲਈ ਕਾਫੀ ਨਹੀਂ ਸਨ। ਉਸ ਨੂੰ ਯਾਦ ਆਇਆ ਕਿ ਉਸ ਦਾ ਬੱਚਾ ਜਿਹੜਾ ਹੈਗਾ ਰਸ ਲੈ ਕੇ ਖਾਣਾ ਚਾਹੁੰਦਾ ਸੀ। ਜੇਕਰ ਉਹ ਆਪਣੇ ਬੱਚੇ ਦੀ ਇਹ ਇੱਛਾ ਪੂਰੀ ਨਹੀਂ ਕਰ ਸਕਿਆ ਤਾਂ ਗੱਲ ਕੀ ਹੋਈ। ਠੀਕ ਹੈ, ਤਾਂ ਉਹ ਸੋਚ ਰਿਹਾ ਸੀਗਾ, ਹਾਂਜੀ, ਪੂਰੀ ਨਹੀਂ ਕਰ ਸਕਦਾ ਤਾਂ ਗੱਲ ਕੀ ਹੋਈ। ਉਹ ਸੋਚ ਰਿਹਾ ਸੀਗਾ ਕਿ ਜੇਕਰ ਉਸ ਬੁੱਢੀ ਵਰਗਿਆਂ ਕੋਈ ਵੀ ਮਦਦ ਨਾ ਕਰੇ, ਠੀਕ ਹੈ ਜੀ, ਤਾਂ ਫਿਰ ਉਹ, ਹਾਂਜੀ, ਤੇ ਮਦਦ ਨਾ ਕਰੇ ਤਾਂ ਉਹ ਫਿਰ ਜਿਹੜਾ ਹੈਗਾ ਮੰਗਤੇ ਹੀ ਬਣਨਗੇ। ਠੀਕ ਹੈ। ਫਿਰ ਅੱਗੇ ਦੋਸਤੋ ਉਸਨੇ ਦੋਸਤੋ ਜਿਹੜਾ ਹੈਗਾ ਵਾ ਕਿਸੇ ਤੋਂ ਪੈਸੇ ਮੰਗ ਕੇ ਮਾਈ ਨੂੰ ਬਾਗਾਂ ਵਾਲੀ ਦੀ ਟਿਕਟ ਦੇਣ ਬਾਰੇ ਸੋਚਿਆ, ਪਰ ਉਸ ਨੂੰ ਇਹ ਗੱਲ ਆਪਣੇ ਸਵੈਮਾਨ ਦੇ ਵਿਰੁੱਧ ਜਾਪੀ। ਉਹ ਦੋਸਤੋ ਮਾਈ ਨੂੰ ਬਾਗਾਂ ਵਾਲੇ ਤੱਕ ਆਪਣੇ ਸਾਈਕਲ ਉੱਤੇ ਛੱਡ ਕੇ ਆਉਣ ਦਾ ਆਉਣ ਦਾ ਜਿਹੜਾ ਹੈਗਾ ਫੈਸਲਾ ਨਾ ਲੈ ਸਕਿਆ, ਕਿਉਂਕਿ ਇਹ ਤਾਂ ਦੋਸਤੋ ਬੁਢਾਪੇ ਵਿੱਚ ਜਿਹੜੀ ਹੈਗੀ ਸੀ ਅਤੇ ਦੂਸਰੇ ਉਹ ਭੁੱਖਾ ਸੀ। ਫਿਰ ਦੋਸਤੋ ਥੱਕ ਕੇ ਉਸਨੇ ਪੜ੍ਹਾਉਣ ਲਈ ਤਿਆਰੀ ਨਹੀਂ ਸੀ ਕਰ ਸਕਣੀ। ਸ਼ਹਿਰ ਦੇ ਮੋੜ ਆ ਕੇ ਪ੍ਰੋਫੈਸਰ ਨੇ ਜਿਹੜਾ ਹੈਗਾ ਮਾਈ ਨੂੰ ਉਤਾਰਿਆ ਅਤੇ ਉਸ ਨੂੰ ਜਿਹੜਾ ਹੈਗਾ ਥੈਲਾ ਫੜਾ ਦਿੱਤਾ। ਇੰਨੇ ਨੂੰ ਬਾਗਾਂ ਵਾਲੇ ਦੀ ਬੱਸ ਆਈ ਅਤੇ ਚਲੀ ਗਈ। ਪ੍ਰੋਫੈਸਰ ਮਾਈ ਪੈਸਿਆਂ ਨਾਲ ਸਹਾਇਤਾ ਨਾ ਕਰ ਸਕਿਆ। ਜਦੋਂ ਉਹ ਤੁਰਨ ਲੱਗਾ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਜਿਹੜਾ ਹੈਗਾ ਮੁੜ ਰਿਹਾ ਸੀਗਾ। ਉਸਨੇ ਮਾਈ ਨੂੰ ਕਿਹਾ ਕਿ ਉਸ ਦਾ ਕੰਮ ਛੇਤੀ ਹੀ ਮੁੱਕ ਗਿਆ ਹੈ, ਉਹ ਉਸਦੇ ਸਾਈਕਲ ਉੱਤੇ ਬੈਠ ਜਾਵੇ। ਉਸਨੇ ਤਾਂ ਜਿਹੜਾ ਹੈਗਾ ਬਾਗਾਂ ਵਾਲਾ ਜਾਣਾ ਹੈ, ਪਰ ਉਹ ਉਸ ਨੂੰ ਅਗਾਂਹ ਸਹੇੜੇ ਹੀ ਛੱਡ ਆਵੇਗਾ। ਪ੍ਰੋਫੈਸਰ ਨੇ ਆਪਣਾ ਸਾਈਕਲ ਖੜਾ ਕਰਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਉੱਤੇ ਚੜ੍ਹਾਇਆ ਅਤੇ ਉਸ ਦਾ ਥੈਲਾ ਜਿਹੜਾ ਹੈਗਾ ਸਾਈਕਲ ਦੇ ਹੈਂਡਲ 'ਤੇ ਲਮਕਾ ਦਿੱਤਾ। ਜਿਹੜਾ ਹੈਗਾ ਦੋਸਤੋ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਕਿ ਉਹ ਉਸਦਾ ਉੱਪਰਾ ਸਮਝਦਾ ਹੋਵੇ, ਉਹ ਆਪਣਾ ਹੀ ਨਿਕਲ ਆਇਆ ਹੋਵੇ। ਉਹ ਮੂੰਹ ਕੁਝ ਨਾ ਬੋਲਿਆ। ਠੀਕ ਹੈ ਜੀ। ਉਹ ਮੂੰਹ ਕੁਝ ਨਾ ਬੋਲਿਆ, ਅੱਖਾਂ ਨਾਲ ਉਸ ਦੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਅਤੇ ਇਸ ਸਾਂਝ ਨਾਲ ਪ੍ਰੋਫੈਸਰ ਨੇ ਮਹਿਸੂਸ ਕੀਤਾ ਕਿ ਜਿਵੇਂ ਉਸਨੇ ਆਪਣੇ ਜਿਹੜਾ ਹੈਗਾ ਘਾਟੇ ਨੂੰ ਪੂਰਾ ਕਰ ਲਿਆ ਹੋਵੇ। ਤਾਂ ਦੋਸਤੋ ਇੱਥੇ ਇਹ ਸਟੋਰੀ ਤੁਹਾਡੀ ਸਮਾਪਤ ਹੋ ਗਈ। ਅਗਲੀ ਦੇਖਦੇ ਹਾਂ, ਅਗਲੀ ਕਿਹੜੀ ਹੈ। ਅਗਲੀ ਹੈ ਦੋਸਤੋ, ਦੇਖ ਸਕਦੇ ਹੋ ਅੱਗੇ ਹੈ ਦੋਸਤੋ ਮਾੜਾ ਬੰਦਾ, ਜੋ ਕਿ ਪ੍ਰੇਮ ਪ੍ਰਕਾਸ਼ ਦੀ ਇਹ ਰਚਨਾ ਹੈ। ਤਾਂ ਦੇਖ ਲੈਂਦੇ ਹਾਂ ਦੋਸਤੋ ਪ੍ਰੇਮ ਪ੍ਰਕਾਸ਼ ਦੀ ਰਚਨਾ ਜਿਹੜੀ ਮਾੜਾ ਬੰਦਾ। ਤਾਂ ਦੇਖੋ ਦੋਸਤੋ ਮਾੜਾ ਬੰਦਾ ਕਹਾਣੀ ਦਾ ਸਾਰ। ਤਾਂ ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਤੋਂ ਰਿਕਸ਼ੇ ਵਿੱਚ ਬੈਠ ਕੇ ਘਰ ਆਈ। ਰਿਕਸ਼ੇ ਵਾਲੇ, ਠੀਕ ਹੈ ਜੀ, ਰਿਕਸ਼ੇ ਵਾਲੇ ਨੂੰ ਉਸ ਨੇ 2 ਰੁਪਏ ਦੇਣੇ ਤੈਅ ਕੀਤੇ ਸੀਗੇ। ਠੀਕ ਹੈ, ਯਾਦ ਰੱਖਿਓ 2 ਰੁਪਏ ਤੈਅ ਕੀਤੇ ਸੀਗੇ ਕਿ ਹਾਂ ਬਈ ਤੂੰ ਮੈਨੂੰ ਘਰ ਛੱਡ ਦੇਂਗਾ, ਮੈਂ ਤਾਂ 2 ਰੁਪਏ ਦਊਂਗੀ। ਪਰ ਰਿਕਸ਼ੇ ਵਾਲੇ ਨੇ ਰਿਕਸ਼ੇ ਰੁਕ ਕੇ ਕਿਹਾ ਕਿ ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ, ਸੜਕ ਟੁੱਟੀ ਹੋਈ ਹੈ, 3 ਰੁਪਏ ਦਿਓ। ਠੀਕ ਹੈ ਜੀ। ਗੱਲ ਕਿੰਨੇ ਦੀ ਹੋਈ ਸੀਗੀ? 2 ਰੁਪਏ ਦੀ। ਪਰ ਰਿਕਸ਼ੇ ਵਾਲਾ ਕਿੰਨਾ ਮੰਗਣ ਲੱਗ ਗਿਆ? 3 ਰੁਪਏ। ਤਾਂ ਕਥਾਵਾਚਕ ਦੀ ਪਤਨੀ ਨੇ ਉਸ ਨੂੰ 2 ਰੁਪਏ ਫੜਾਏ ਅਤੇ 2 ਰੁਪਏ ਉਸਨੇ ਜਿਹੜੇ ਹੈਗੇ ਵਗਾ ਕੇ ਸੁੱਟ ਦਿੱਤੇ। ਠੀਕ ਹੈ ਜੀ। ਕਿਸਨੇ? ਰਿਕਸ਼ੇ ਵਾਲੇ ਨੇ। ਆਵਾਜ਼ ਸੁਣ ਕੇ ਦੋਸਤੋ ਕਥਾਵਾਚਕ ਯਾਨੀ ਕਿ ਕਹਾਣੀਕਾਰ ਬਾਹਰ ਆਇਆ ਤਾਂ ਉਹ ਰਿਕਸ਼ੇ ਵਾਲੇ ਨੂੰ ਦੋਸਤੋ ਮਾਰਨ ਲੱਗਾ। ਪਰ ਰਿਕਸ਼ੇ ਵਾਲਾ ਜਿਹੜਾ ਗਰੀਬ ਅਤੇ ਮਾੜੇ ਬੰਦੇ ਨਾਲ ਵੀ ਵਧੀਕੀ ਆਖਦਾ ਹੋਇਆ ਦੋਸਤੋ ਜਿਹੜਾ ਹੈਗਾ ਭੈੜੀਆਂ ਨਜ਼ਰਾਂ ਨਾਲ ਵੇਖਦਾ ਤੁਰ ਪਿਆ। ਕਥਾਵਾਚਕ ਸਮਝਦਾ ਸੀਗਾ ਕਿ ਉਹ ਜਿਹੜਾ ਹੈਗਾ 1 ਰੁਪਈਆ ਵੱਧ ਮੰਗ ਕੇ ਅਸਲ ਵਿੱਚ 50 ਪੈਸੇ ਹੋਰ ਲੈਣਾ ਚਾਹੁੰਦਾ ਸੀਗਾ, ਪਰ ਉਸ ਦਾ ਤਰੀਕਾ ਜਿਹੜਾ ਹੈਗਾ ਉਸ ਨੂੰ ਪਸੰਦ ਨਹੀਂ ਆਇਆ। ਉਸ ਨੂੰ ਚਾਹੀਦਾ ਸੀਗਾ ਕਿ ਉਹ ਨਿਮਰਤਾ ਅਤੇ ਮਿਹਨਤ ਨਾਲ ਕਹਿੰਦਾ ਕਿ ਉਸ ਨੇ ਉਹਨਾਂ ਦੇ ਕੋਠੀ ਦੇ ਨੇੜਿਓਂ ਸਮਝਿਆ ਸੀ, ਪਰ ਉਹ ਦੂਰ ਨਿਕਲੀ। ਉਸ ਨੂੰ ਜਿਹੜਾ ਹੈਗਾ 50 ਪੈਸੇ, ਹਾਂਜੀ, ਤਾਂ ਦੇਖ ਸਕਦੇ ਹੋ ਦੋਸਤੋ 50 ਪੈਸੇ ਹੋਰ ਦੇ ਦਿਓ ਅਤੇ ਉਹ ਉਸ ਦੀ ਪਤਨੀ ਤੋਂ ਮਿਲ ਵੀ ਜਾਣੇ ਸਨ, ਜੋ ਕਿ ਤੁਰੇ ਜਾਂਦੇ ਗਰੀਬ ਨੂੰ ਜਿਹੜਾ ਹੈਗਾ ਵਾ ਗਰੀਬ ਗੁਰਬੇ ਨੂੰ ਚਾਹ ਅਤੇ ਰੋਟੀ ਦਿੰਦੀ ਰਹਿੰਦੀ ਹੈ। ਪਰ ਪੁਆੜਾ ਤਾਂ ਇਸ ਕਰਕੇ ਪਿਆ ਸੀ ਕਿਉਂਕਿ ਉਸਨੇ 2 ਰੁਪਏ ਸੁੱਟ ਦਿੱਤੇ ਸਨ ਅਤੇ ਕਥਾਵਾਚਕ ਉਸ ਨਾਲ ਗਰਮ ਹੋ ਪਿਆ ਸੀ। ਇਸ ਪਿੱਛੋਂ ਕਥਾਵਾਚਕ ਦੀ ਪਤਨੀ ਨੇ ਉਸ 'ਤੇ ਚੋਰੀ ਰਸੋਈ ਵਿੱਚ ਜਿਹੜੀ ਹੈਗੀ ਆ ਬਾਹਰ ਨਿਕਲ ਕੇ ਦੇਖਿਆ ਕਿ ਰਿਕਸ਼ੇ ਵਾਲਾ ਕੋਠੀ ਦੇ ਬਾਹਰ ਹੀ ਖੜਾ ਸੀ। ਪਤਨੀ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ। ਕਥਾਵਾਚਕ ਭੂਆ ਦੇ ਪੁੱਤਰ ਜੋ ਕਿ ਜੰਗਲਾਤ ਅਫਸਰ ਸੀ, ਉਸ ਨੂੰ ਜਿਹੜਾ ਹੈਗਾ ਵਾ ਫਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀਗਾ, ਜੋ ਕਿ ਕਈ ਦਿਨਾਂ ਤੋਂ ਅਧੂਰੀ ਪਈ ਸੀ। ਉਹ ਸਾਈਜ਼ ਤੇ ਡਿਜ਼ਾਈਨ ਸੰਬੰਧੀ ਉਲਝੀ ਗੱਲ ਬਾਰੇ ਸੋਚ ਰਿਹਾ ਸੀ ਕਿ ਉਸ ਦੀ ਪਹਿਚਾਣ ਹੋਈ ਪਤਨੀ ਨੇ ਦੱਸਿਆ ਕਿ ਰਿਕਸ਼ੇ ਵਾਲਾ ਕੋਠੀ ਦੇ ਬਾਹਰ ਹੀ ਖੜਾ ਹੈ। ਕਥਾਵਾਚਕ ਚਾਹੁੰਦਾ ਸੀਗਾ ਕਿ ਉਸ ਦੀ ਪਤਨੀ ਉਸ ਦਾ ਧਿਆਨ ਹੀ ਨਾ ਕਰੇ, ਪਰ ਚਿੱਠੀ ਉਸ ਤੋਂ ਵੀ ਨਹੀਂ ਲਿਖੀ ਜਾ ਰਹੀ ਸੀ। ਉਹ ਕਈ ਵਾਰੀ ਜਿਹੜਾ ਹੈਗਾ ਵਾ ਬਾਰੀ ਵਿੱਚੋਂ ਬਾਹਰ ਦੇਖ ਚੁੱਕਾ ਸੀ। ਰਿਕਸ਼ੇ ਵਾਲਾ ਆਪਣੇ ਰਿਕਸ਼ੇ ਦੇ ਰੂਪ
ਰੁੱਖ ਪਾਰਕ ਵੱਲ ਕਰਕੇ ਉੱਥੇ ਹੀ ਖੜਾ ਸੀਗਾ। ਉਸਨੇ ਇੱਕ ਵਾਰੀ ਵੀ ਉਹਨਾਂ ਵੱਲ ਨਹੀਂ ਸੀ ਦੇਖਿਆ। ਸ਼ਕਲ ਤੋਂ ਉਹ ਕੋਈ ਜਿਹੜਾ ਹੈਗਾ ਵਾ ਜੁਰਮ ਪੇਸ਼ਾ ਬੰਦਾ ਲੱਗਦਾ ਸੀਗਾ। ਜਦੋਂ ਉਸਨੇ ਆਨੇ ਕੱਢ ਕੇ ਕਥਾਵਾਚਕ ਵੱਲ ਦੇਖਿਆ ਸੀ ਤਾਂ ਉਸਦੀ ਪਤਨੀ ਨੇ ਦਿੱਤੇ 2 ਰੁਪਏ ਵਗਾਹ ਮਾਰੇ ਸਨ ਤਾਂ ਕਥਾਵਾਚਕ ਦਾ ਦਿਲ ਜਿਹੜਾ ਹੈਗਾ ਕਰਦਾ ਸੀਗਾ ਕਿ ਉਸ ਨੂੰ ਬਾਲਾਂ ਤੋਂ ਫੜ ਕੇ ਥੱਲੇ ਸੁੱਟ ਲਵੇ। ਉਸ ਦੀਆਂ ਜਿਹੜੀ ਹੈਗਾ ਸੁੱਕੀ ਬਾਹਾਂ ਮਰੋੜ ਸੁੱਟੇ, ਪਰ ਉਸਦੀ ਪਤਨੀ ਨੇ ਉਸ ਨੂੰ ਰੋਕ ਦਿੱਤਾ ਸੀ ਤੇ ਨਾਲ ਹੀ ਕਥਾਵਾਚਕ ਇਹ ਸੋਚ ਕੇ ਚੁੱਪ ਕਰ ਗਿਆ ਸੀਗਾ ਕਿ ਕਮੀਨੇ ਨੂੰ ਹੱਥ ਲਾਉਣ ਨਾਲ ਤਾਂ ਅੱਗੋਂ ਉਸਦੇ ਗਾਲੀ ਗਲੋਚ ਕਰਨ ਨਾਲ ਉਸਦੀ ਇੱਜ਼ਤ ਖਰਾਬ ਹੋ ਸਕਦੀ ਹੈ। ਉਂਝ ਜਿਹੜਾ ਹੈਗਾ ਕਥਾਵਾਚਕ ਬੇਇਨਸਾਫੀ ਵੀ ਜਿਹੜਾ ਹੈਗਾ ਸਹਿ ਨਹੀਂ ਸੀ ਸਕਦਾ, ਜਿਹੜੀ ਕਿ ਰਿਕਸ਼ੇ ਵਾਲੇ ਪੈਸੇ ਲੈਣ ਸਮੇਂ ਆਮ ਕਰਕੇ ਕਰਦੇ ਰਹਿੰਦੇ ਹਨ। ਕਥਾਵਾਚਕ ਦੀ ਪਤਨੀ ਜਿਹੜੀ ਹੈਗੀ ਚਾਹ ਦਾ ਕੱਪ ਲੈ ਕੇ ਉਸ ਜਿਹੜੀ ਹੈਗੀ ਪਤੀ ਆਪਣੇ ਪਤੀ ਕੋਲ ਯਾਨੀ ਕਿ ਕਥਾਵਾਚਕ ਦੇ ਕੋਲ ਆਈ ਤਾਂ ਬਹਾਨੇ ਨਾਲ ਫਿਰ ਉਸਨੇ ਦੇਖ ਆਈ ਕਿ ਕਥਾਵਾਚਕ ਨੂੰ ਕਿਹਾ ਕਿ ਉਹਨਾਂ ਨੂੰ ਸਾਰੀ ਜਿਹੜੀ ਹੈਗੀ ਗੱਲ ਛੱਡ ਕੇ 3 ਰੁਪਏ ਹੀ ਜਿਹੜੇ ਹੈਗੇ ਦੇ ਦੇਣੇ ਚਾਹੀਦੇ ਸਨ, ਪਰ ਕਥਾਵਾਚਕ ਇਸ ਗੱਲ ਨਾਲ ਸਹਿਮਤ ਨਾ ਹੋਇਆ। ਉਸਦੀ ਪਤਨੀ ਨੇ ਕਿਹਾ ਕਿ ਉਸਦੀ ਪਤਨੀ ਜਿਹੜੀ ਹੈਗੀ ਕਹਿ ਰਹੀ ਸੀ ਕਿ ਉਹ ਗਰੀਬ ਹੈ, ਸਾਡੇ ਕੋਲ ਪੈਸੇ ਕਿਤੇ ਡਿੱਗ ਵੀ ਪੈਂਦੇ ਹਨ, ਬੱਚੇ 1-2 ਰੁਪਏ ਹਰ ਰੋਜ਼ ਖਰਚ ਕਰ ਦਿੰਦੇ ਹਨ। ਉਂਝ ਉਸ ਦੀ ਗੱਲ ਕਥਾਵਾਚਕ ਨੂੰ ਠੀਕ ਵੀ ਲੱਗਦੀ ਸੀ, ਜਿਹੜਾ ਕਿ ਹਰ ਰੋਜ਼ 2.5-3 ਰੁਪਇਆਂ ਦੀਆਂ ਸਿਗਰਟਾਂ ਫੂਕ ਛੱਡਦਾ ਸੀ ਤੇ ਮਹੀਨੇ ਵਿੱਚ 2-3 ਵਾਰੀ ਸਿਨੇਮਾ ਵੀ ਦਿਖਦਾ ਜਾਂਦਾ ਸੀਗਾ। ਫਿਰ ਕਥਾਵਾਚਕ ਦੇ ਪੁੱਤਰ ਨੇ ਦੱਸਿਆ ਕਿ ਰਿਕਸ਼ੇ ਵਾਲਾ ਉੱਥੇ ਹੀ ਖੜਾ ਹੈ। ਉਹ ਇੱਕ ਬੰਦੇ ਦੇ ਪੁੱਛਣ 'ਤੇ ਵੀ ਉਸ ਨੂੰ ਜਿਹੜਾ ਹੈਗਾ ਕੰਪਨੀ ਬਾਗ ਲੈ ਕੇ ਨਹੀਂ ਗਿਆ। ਇਹ ਸੁਣ ਕੇ ਕਥਾਵਾਚਕ ਨੂੰ ਰਿਕਸ਼ੇ ਵਾਲੇ ਦੇ ਰਵੱਈਏ ਉੱਤੇ ਗੁੱਸਾ ਆਇਆ, ਜਿਹੜਾ 1 ਰੁਪਏ ਪਿੱਛੇ ਆਪਣਾ ਜਿਹੜਾ ਹੈਗਾ ਸਮਾਂ ਤੇ ਕਮਾਈ ਜਿਹੜਾ ਹੈਗਾ ਬਰਬਾਦ ਕਰ ਰਿਹਾ ਸੀਗਾ। ਇਹ ਗੱਲਾਂ ਸੋਚਦੇ ਉਸਦੀ ਚਿੱਠੀ ਅਧੂਰੀ ਹੀ ਪਈ ਸੀ। ਉਸ ਨੂੰ ਰਿਕਸ਼ੇ ਵਾਲੇ ਤੇ ਖੜਾ ਰਹਿਣ ਦੀ ਚਿੰਤਾ ਹੋ ਰਹੀ ਸੀ। ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀਗਾ ਕਿ ਉਹ ਆਪੇ ਹੀ ਥੱਕ ਹਾਰ ਕੇ ਚਲੇ ਜਾਵੇਗਾ। ਪਤਨੀ ਨੇ ਜਿਹੜਾ ਹੈਗਾ ਦੋਸਤੋ ਕੱਪ ਚੁੱਕ ਕੇ ਰਸੋਈ ਵਿੱਚ ਜਾਣ ਮਗਰੋਂ ਜਿਹੜਾ ਹੈਗਾ ਕਥਾਵਾਚਕ ਨੇ ਬਾਰੀ ਵਿੱਚ ਦੇਖਿਆ ਕਿ ਕੋਈ ਹੋਰ ਰਿਕਸ਼ੇ ਵਾਲਾ ਉਸ ਕੋਲ ਖੜਾ ਸੀ। ਉਸ ਨਾਲ ਗੱਲ ਕਰਕੇ ਕਾਹਲੀ ਵਿੱਚ ਅੱਡੇ ਵੱਲ ਉਹ ਚੱਲ ਗਿਆ ਸੀ। ਕਥਾਵਾਚਕ ਇਹ ਸੋਚ ਕੇ ਡਰ ਰਿਹਾ ਸੀਗਾ ਕਿ ਕਿਤੇ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਨਾ ਗਿਆ ਹੋਵੇ, ਪਰ ਬਾਹਰੋਂ ਇਹ ਜਿਹੜਾ ਹੈਗਾ ਜ਼ਾਹਰ ਕਰ ਰਿਹਾ ਸੀਗਾ ਕਿ ਜਿਵੇਂ ਕਿ ਉਸ ਨੂੰ ਉਸ ਦੀ ਕੋਈ ਪਰਵਾਹ ਨਾ ਹੋਵੇ। ਠੀਕ ਹੈ, ਤੇ ਅੱਗੇ ਦੋਸਤੋ ਫਿਰ ਪਤਨੀ ਫਿਰ ਜਿਹੜੀ ਹੈਗੀ ਆਈ ਤੇ ਕਹਿਣ ਲੱਗੀ ਕਿ ਚੰਗਾ ਹੁੰਦਾ ਜੇ ਅਸੀਂ ਉਹ ਰਿਕਸ਼ੇ ਵਾਲੇ ਨੂੰ ਚਾਹ ਦਾ ਕੱਪ ਪਿਲਾ ਦਿੰਦੇ। ਹੁਣ ਜਿਹੜੀ ਹੈਗੀ ਡੁੱਲਣੀ ਹੀ ਪਈ। ਉਹ ਜਿਹੜੀ ਹੈਗੀ ਸਮਝੌਤੇ ਦਾ ਕੋਈ ਹੋਰ ਰਾਹ ਲੱਭ ਰਹੇ ਸੀ। ਠੀਕ ਹੈ ਜੀ, ਤੇ ਉਹ ਪਤੀ ਨੂੰ ਕਹਿ ਰਹੀ ਸੀ ਕਿ ਜੇਕਰ ਰਾਤ ਹੋਵੇ ਤਾਂ ਮੀਂਹ ਪੈਂਦਾ ਹੋਵੇ ਤਾਂ ਉਹ ਰਿਕਸ਼ੇ ਵਾਲੇ ਨੂੰ 3 ਰੁਪਏ ਹੀ ਦਿੰਦੇ। ਠੀਕ ਹੈ, ਕਥਾਵਾਚਕ ਨੇ ਸਖਤੀ ਨਾਲ ਉਸ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਹੁਣ ਕੋਈ ਮੀਂਹ ਨਹੀਂ ਪੈ ਰਿਹਾ ਹੈ। ਇਹ ਗੱਲ ਕਰਦਿਆਂ ਉਸਨੇ ਜਿਹੜਾ ਹੈਗਾ 2-3 ਸਤਰਾਂ ਲਿਖ ਕੇ ਚਿੱਠੀ ਅਧੂਰੀ ਹੀ ਪੂਰੀ ਕਰ ਦਿੱਤੀ। ਉਸ ਨੂੰ ਆਪਣੀ ਪਤਨੀ ਦੀ ਇਸ ਆਦਤ 'ਤੇ ਖਿਝ ਆ ਰਹੀ ਸੀ ਕਿ ਜਦੋਂ ਵੀ ਕੋਈ ਜਿਹੜਾ ਹੈਗਾ ਮਜ਼ਦੂਰ ਝਗੜਾ ਪਾ ਬੈਠੇ ਤਾਂ ਵੱਧ ਪੈਸੇ ਦੇ ਕੇ ਜਿਹੜੀ ਹੈਗੇ ਖਲਾਸੀ ਪਾ ਲਈ ਜਾਵੇ। ਅੱਡੇ ਉੱਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਓ ਕਿ 5 ਪੈਸੇ ਦਾ ਜਿਹੜਾ ਹੈਗਾ ਪਾਨ ਖਾ ਕੇ ਵੀ ਤੁਸੀਂ ਥੁੱਕ ਦਿੰਦੇ ਹੋ, ਇਸ ਗਰੀਬ ਦੀ ਤਲੀ ਉੱਤੇ ਵੀ ਥੁੱਕ ਦਿਓ। ਤੇ ਫਿਰ ਦੋਸਤੋ ਜਿਹੜਾ ਹੈਗਾ ਕਥਾਵਾਚਕ ਨਾ ਗੁੱਸੇ ਨਾਲ ਉੱਠਿਆ ਤੇ ਰਿਕਸ਼ੇ ਵਾਲੇ ਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਉਸਨੇ ਜਾਣਾ ਹੈ ਜਾਂ ਫਿਰ ਨਹੀਂ, ਉਹ ਪੁਲਿਸ ਕੋਲ ਉਸ ਵਿਰੁੱਧ ਸ਼ਿਕਾਇਤ ਕਰੇ। ਪਰ ਜਦੋਂ ਉਸਨੇ ਬਰਾਂਡੇ ਵਿੱਚ ਆ ਕੇ ਦੇਖਿਆ ਤਾਂ ਰਿਕਸ਼ੇ ਵਾਲਾ ਜਾ ਚੁੱਕਾ ਸੀਗਾ। ਉਸਨੇ ਪਤਨੀ ਨੂੰ ਆਵਾਜ਼ ਮਾਰੀ ਤਾਂ ਉਹ ਧਰਮ ਪੋਥੀ ਜਿਹੜੀ ਹੈਗੀ ਪੜ੍ਹ ਰਹੀ ਸੀ। ਰਿਕਸ਼ੇ ਵਾਲੇ ਦੇ ਜਾਣ ਬਾਰੇ ਸੁਣ ਕੇ ਉਸਨੇ ਧਰਮ ਪੋਥੀ ਜਿਹੜੀ ਹੈਗੀ ਬਰਾਂਡੇ ਦੀ ਬੰਨੀ ਉੱਤੇ ਦੋਸਤੋ ਰੱਖ ਦਿੱਤੀ। ਹੁਣ ਉਹ ਦੋਵੇਂ ਲਾਨ ਵਿੱਚ ਨਿਸ਼ਚਿਤ ਹੋ ਕੇ ਬੈਠ ਗਏ। ਕਥਾਵਾਚਕ ਨੇ ਰਾਤੀ ਫਿਲਮ ਵੇਖਣ ਦੀ ਤਜਵੀਜ਼ ਜਿਹੜੀ ਹੈਗੀ ਰੱਖੀ। ਪਤਨੀ ਨੇ ਕਿਹਾ ਕਿ ਉਹ ਹੁਣ ਇਹ ਜਿਹੜੇ ਹੈਗੇ 3 ਰੁਪਏ ਜਿਹੜੇ ਰਿਕਸ਼ੇ ਵਾਲੇ ਨੂੰ ਦੇਣੇ ਸਨ ਪਿੰਗਲ ਵਾਲੇ ਨੂੰ ਦੇ ਦੇਣਗੇ ਤੇ ਜਿਹੜੇ 50 ਪੈਸੇ ਉਸ ਨੂੰ ਵੱਧ ਦੇਣ ਦੀ ਗੱਲ ਕਹੀ ਸੀ ਉਹ 50 ਪੈਸੇ ਅੱਡੇ ਵਾਲੇ ਮੰਗਤੇ ਨੂੰ ਦੇ ਦੇਣਗੇ। ਕਥਾਵਾਚਕ ਨੇ ਉਸ ਨਾਲ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਤੇ ਦੋਵੇਂ ਮੁਸਕਰਾ ਪਏ। ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਾਡੇ ਸਮਾਜ ਦੇ ਪਾਤਰਾਂ ਦੇ ਮਾੜੇ ਕਿਰਦਾਰ ਦੀ ਝਲਕ ਪੇਸ਼ ਕੀਤੀ ਹੈ, ਜਿਸ ਵਿੱਚ ਮੱਧ ਸ਼੍ਰੇਣੀਕ ਪਾਤਰ ਉਸ ਦੇ ਵਿਅੰਗ ਦਾ ਨਿਸ਼ਾਨਾ ਬਣੇ ਹਨ। ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਯਥਾਰਥਕ ਅਤੇ ਮਨੋਵਿਗਿਆਨਿਕ ਅਤੇ ਵਿਅੰਗਾਤਮਿਕ ਹੈ। ਠੀਕ ਹੈ ਜੀ, ਤਾਂ ਇੱਥੇ ਇਹ ਕਹਾਣੀ ਤੁਹਾਡੀ ਸਮਾਪਤ ਹੁੰਦੀ ਹੈ। ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਪੇਪਰ ਸੀਗਾ ਪੂਰਾ ਸੀ ਸੋਲਵ ਹੋ ਗਿਆ ਵਾ ਉੱਪਰ ਵਾਲਾ। ਤੇ ਹੁਣ ਦੋਸਤੋ 2018 ਵਾਲਾ ਇਹ ਠੀਕ ਹੈ ਜੀ ਕੁਐਸਚਨ ਪੇਪਰ ਜਿਹੜਾ ਬੋਰਡ ਦਾ ਸੀਗਾ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਇਸ ਨੂੰ ਜਿਹੜਾ ਹੈਗਾ ਅਸੀਂ ਸੋਲਵ ਜਿਹੜਾ ਹੈਗਾ ਕਰਤਾ ਲਿਆ ਵਾ। ਹੁਣ ਦੋਸਤੋ ਤੁਹਾਡੀ ਅਗਰ ਜੇ ਡਿਮਾਂਡ ਆਏਗੀ ਕਿ ਹਾਂ ਵੀ ਸਰ ਇਹ ਵੀ ਤਿਆਰੀ ਕਰਾ ਦਿਓ ਤਾਂ ਅਸੀਂ ਤੁਹਾਨੂੰ ਕਰਾ ਦਾਂਗੇ। ਠੀਕ ਹੈ ਜੀ, ਕਿਉਂਕਿ ਵੀਡੀਓ ਕਾਫੀ ਲੰਬੀ ਜ਼ਿਆਦਾ ਹੋ ਚੁੱਕੀ ਹੈ, 38 ਮਿੰਟ ਦੀ ਵੀਡੀਓ ਪਹਿਲਾਂ ਹੀ ਹੋ ਚੁੱਕੀ ਆ। ਤਾਂ ਦੋਸਤੋ ਅਗਰ ਤੁਹਾਡੀ ਜਿਹੜੀ ਡਿਮਾਂਡ ਆਏਗੀ ਕਿ ਹਾਂ ਸਰ ਇਹਦੀ ਵੀ 2018 ਵਾਲਾ ਜਿਹੜਾ ਇਹ ਕੁਐਸਚਨ ਪੇਪਰ ਆ ਠੀਕ ਹੈ ਜੀ ਜਨਰਲ ਪੰਜਾਬੀ ਦਾ, ਇਸ ਦੀ ਵੀ ਤਿਆਰੀ ਕਰਾ ਦਿਓ। ਅਗਰ ਤੁਹਾਡੀ ਡਿਮਾਂਡ ਆਏਗੀ ਕਮੈਂਟ ਬਾਕਸ ਦੇ ਵਿੱਚ ਕਿ ਹਾਂ ਵੀ ਸਰ ਇਸ ਦੀ ਵੀ ਕਰਾ ਦਿਓ ਤਾਂ ਅਸੀਂ ਇਸ ਦੀ ਵੀਡੀਓ ਵੀ ਲੈ ਕੇ ਆ ਜਾਵਾਂਗੇ ਪਾਰਟ 2। ਠੀਕ ਹੈ ਜੀ, ਤਾਂ ਕਮੈਂਟ ਬਾਕਸ ਦੇ ਵਿੱਚ ਦੱਸੋ ਦੋਸਤੋ ਇਹ ਕਰਾਵਾਂ ਜਾਂ ਰਹਿਣ ਦਾ ਤੁਹਾਡੇ। ਹੁਣ ਬਾਕੀ ਕਮੈਂਟ ਜਿਸ ਤਰ੍ਹਾਂ ਆਉਣਗੇ ਅਸੀਂ ਅਗਲਾ ਪਾਰਟ ਤਾਂ ਹੀ ਲੈ ਕੇ ਆਵਾਂਗੇ ਨਹੀਂ। ਠੀਕ ਹੈ ਜੀ, ਤਾਂ ਦੋਸਤੋ ਹਜੇ ਤੱਕ ਤਾਂ
ਤਾਂ ਫਿਲਹਾਲ ਇਹੀ ਸੀਗਾ। ਬਾਕੀ ਦੋਸਤੋ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਦਿਓ ਇਹ ਅਸੀਂ ਕਰਾਈਏ ਜਾਂ ਫਿਰ ਨਹੀਂ, ਠੀਕ ਹੈ ਜੀ। ਤਾਂ ਦੋਸਤੋ ਬਸ ਇਹੀ ਸੀਗਾ, ਇਹਦੇ ਵਿੱਚ ਇਹ ਜਿਹੜੇ ਕੁਐਸਚਨ ਸੀਗੇ ਦੋਸਤੋ ਜੋ ਅਸੀਂ ਤੁਹਾਨੂੰ ਕਰਾਏ ਹਨ, ਇਹ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਇਹ ਹੈਗੇ ਹਨ, ਠੀਕ ਹੈ ਜੀ। ਤਾਂ ਕਿਉਂਕਿ ਇਹ ਬੋਰਡ ਦਾ ਪੇਪਰ ਦੇ ਵਿੱਚ ਹੀ ਆਇਆ ਹੋਇਆ ਵਾ, ਤਾਂ ਦੋਸਤੋ ਇਸ ਨੂੰ ਇੰਪੋਰਟੈਂਟ ਕੁਐਸਚਨ ਮੰਨ ਲਓ ਇੱਕ ਤਰ੍ਹਾਂ ਦਾ, ਕਿਉਂਕਿ ਬੋਰਡ ਦਾ ਪੇਪਰ ਆ, ਠੀਕ ਹੈ ਜੀ। ਤਾਂ ਵੈਰੀ ਇੰਪੋਰਟੈਂਟ ਜਿਹੜੇ ਹਰ ਵਾਰੀ ਆਉਂਦੇ ਆ ਬੋਰਡ ਦੇ ਵਿੱਚ, ਉਹੀ ਦੋਸਤੋ ਰਿਪੀਟ ਹੀ ਹੁੰਦੇ ਆ ਹਰ ਵਾਰੀ, ਠੀਕ ਹੈ ਜੀ। ਤਾਂ ਦੋਸਤੋ ਬਸ ਇਹੀ ਸੀਗਾ, ਠੀਕ ਹੈ। ਬਾਕੀ ਬਸ ਦੋਸਤੋ ਚਲੋ ਠੀਕ ਹੈ ਜੀ। ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਵੀ ਦੋਸਤੋ ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ, ਤੁਸੀਂ ਮੈਨੂੰ ਉੱਥੇ ਇੰਸਟਾਗ੍ਰਾਮ ਤੇ ਮੈਸੇਜ ਵੀ ਕਰ ਸਕਦੇ ਹੋ, ਠੀਕ ਹੈ ਜੀ। ਓਕੇ ਦੋਸਤੋ, ਚਲੋ ਠੀਕ ਆ।